ਸ੍ਰੀ ਵਾਹਿਗੁਰੂ। ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰ ਆਇਓ ਸ਼ਰਨ ਤੁਹਾਰੀ। ਸਤਿਗੁਰ ਆਇਓ ਸ਼ਰਨ ਤੁਹਾਰੀ। ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰ। ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ। ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੀ ਕੱਟੀ। ਆਓ ਸਾਰੇ ਨਾਲ ਨਾਲ ਰਸਨਾ ਪਵਿੱਤਰ ਕਰੋ। ਹਾਂ ਮੈਂ ਆਪ ਗੁਣ ਭਰੇ ਏਕ ਗੁਣ ਨਾਹੀ। ਹਾਂ ਮੈਂ ਆਪ ਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਪਰਮ ਪੈ ਭੂਲੇ। ਸੁਤ ਦਾਰਾ ਸਿਉ ਪ੍ਰੀਤ ਲਗਾ। ਇਕ ਉਤਮ ਪੰਥ ਸੁਣਿਓ ਗੁਰ ਸੰਗਤ। ਤੇਹ ਮਲੰਤ ਜਮ ਤਰਾਸ ਮਿਟਾ। ਇਕ ਅਰਦਾਸ ਪਾਠ ਕੀਰਤ ਕੀ। ਗੁਰੂ ਰਾਮਦਾਸ ਰਾਖੋ ਸ਼ਰਨਾਈ। ਸਾਧੂ ਰੂਪ ਰੱਬ ਦਾ। ਸਾਧੂ ਰੂਪ ਰੱਬ ਦਾ। ਭਲਾ ਮੰਗਦੇ ਸਭ ਦਾ। ਰੂਪ ਰੱਬ ਦਾ ਭਲਾ ਮੰਗਦੇ ਸਭ ਦਾ। ਸਾਧੂ 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 ਰੂਪ ਰੱਬ ਦਾ ਭਲਾ ਮੰਗਦੇ ਸਭ ਦਾ। ਰੂਪ ਰੱਬ ਦਾ ਭਲਾ ਮੰਗਦੇ ਸਭ ਦਾ। ਸਾਧੂ ਰੂਪ ਰੱਬ ਦਾ ਭਲਾ ਮੰਗਦੇ ਸਭ ਦਾ।
ਉਹ ਸਾਧੂ ਰੂਪ ਰੱਬ ਦਾ ਭਲਾ ਮੰਗਦੇ ਸਭ ਦਾ 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 ਭਲਾ ਮੰਗਦੇ ਸਭ ਦਾ ਭਲਾ ਮੰਗਦੇ ਭਲਾ ਮੰਗਦੇ ਸਭ ਦਾ 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 ਭਲਾ ਮੰਗਦੇ ਭਲਾ ਮੰਗਦੇ ਸਭ ਦਾ 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 ਰੂਪ ਰੱਬ ਦਾ ਭਲਾ ਮੰਗਦੇ ਸਭ ਰੂਪ ਰੱਬ ਦਾ ਭਲਾ ਮੰਗਦੇ ਸਭ ਉਹ ਸਾਧੂ ਰੂਪ ਰੱਬ ਦਾ ਭਲਾ ਮੰਗਦੇ ਸਭ ਦਾ 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 ਜਨਮ ਮਰਨ ਦੋਹੂ ਮੈਂ ਨਹੀਂ ਜਨ ਪਰ ਉਪਕਾਰੀ ਆਏ ਜੀ ਦਾਨ ਦੇ ਭਗਤੀ ਲਾਇਨ ਕਬੀਰ ਚੰਦਨ ਕਾ ਬਿਰਵਾ ਭਲਾ ਬੇੜ ਉਟਾਕ ਪਲਾਸ ਹੋਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਜੀ ਦਾਨ ਦੇ ਭਗਤੀ ਲਾਇਨ ਹਰ ਸਿਉ ਲੈਣ ਮਿਲਾਏ ਵਾਹ ਵਾਹ ਜੀ ਲੇਖਾ ਪਾਟ ਗਿਆ ਵਾਹ ਵਾਹ ਜੀ ਲੇਖਾ ਪਾਟ ਗਿਆ ਬਾਬਾ 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 ਜੀ ਲੇਖਾ ਪਾਟ ਗਿਆ ਜਦੋਂ ਮਿਲ ਗਏ ਗੁਰਾਂ ਦੇ ਪਿਆਰੇ ਮਿਲ ਗਏ ਗੁਰਾਂ ਦੇ ਪਿਆਰੇ ਵਾਹ ਜੀ ਲੇਖਾ ਬਾਬਾ ਜੀ ਲੇਖਾ ਪਾਟ ਗਿਆ ਜਦੋਂ ਮਿਲ ਗਏ ਗੁਰਾਂ ਦੇ ਪਿਆਰੇ ਬਾਬਾ ਜੀ ਲੇਖਾ ਪਾੜ ਗਿਆ ਬਾਬਾ ਜੀ ਲੇਖਾ ਪਾੜ ਗਿਆ ਜਦੋਂ ਮਿਲ ਗਏ ਗੁਰਾਂ ਦੇ ਪਿਆਰੇ ਬਾਬਾ ਜੀ ਲੇਖਾ ਪਾਟ ਗਿਆ ਬਾਬਾ ਜੀ ਲੇਖਾ ਪਾਟ ਗਿਆ ਔਖੀ ਮੰਜ਼ਿਲ ਫਕੀਰਾਂ ਵਾਲੀ 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 ਚੜ ਸੂਲੀ ਤੇ ਪੈਣਾ ਔਖੀ ਮੰਜ਼ਿਲ ਔਖੀ ਮੰਜ਼ਿਲ ਫਕੀਰਾਂ ਵਾਲੀ ਚੜ ਸੂਲੀ ਤੇ ਪੈਣਾ ਔਖੀ ਮੰਜ਼ਿਲ ਫਕੀਰਾਂ ਵਾਲੀ ਔਖੀ ਮੰਜ਼ਿਲ ਫਕੀਰਾਂ ਵਾਲੀ ਚੜ ਸੂਲੀ ਤੇ ਬਹਿਣਾ ਔਖੀ ਮੰਜ਼ਿਲ ਫਕੀਰਾਂ ਵਾਲੀ ਔਖੀ ਮੰਜ਼ਿਲ ਫਕੀਰਾਂ ਵਾਲੀ
ਦਰ ਦਰ ਦੇ ਉਹਨਾਂ ਟੁਕੜੇ ਮੰਗਣੇ, 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 ਦਰ ਦਰ ਦੇ ਉਹਨਾਂ ਟੁਕੜੇ ਮੰਗਣੇ। ਹਾਂਜੀ ਹਾਂਜੀ ਕਹਿਣਾ, ਹਾਂਜੀ ਹਾਂਜੀ ਕਹਿਣਾ, ਔਖੀ ਮੰਜ਼ਿਲ ਫਕੀਰਾਂ ਵਾਲੀ, ਔਖੀ ਮੰਜ਼ਿਲ ਫਕੀਰਾਂ ਵਾਲੀ। ਹਾਂਜੀ ਹਾਂਜੀ ਕਹਿਣਾ, ਔਖੀ ਮੰਜ਼ਿਲ ਫਕੀਰਾਂ ਵਾਲੀ, ਔਖੀ ਮੰਜ਼ਿਲ ਫਕੀਰਾਂ ਵਾਲੀ। ਹਾਂਜੀ ਹਾਂਜੀ ਕਹਿਣਾ, ਔਖੀ ਮੰਜ਼ਿਲ ਫਕੀਰਾਂ ਵਾਲੀ, ਔਖੀ ਮੰਜ਼ਿਲ ਫਕੀਰਾਂ ਵਾਲੀ। ਜੇ ਕੋਈ ਉਹਨਾਂ ਨੂੰ ਮੰਦਿਆਂ ਆਖੇ, 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 ਜੇ ਕੋਈ ਉਹਨਾਂ ਨੂੰ ਮੰਦਿਆਂ ਆਖੇ। ਉਹਨਾਂ ਤਦ ਵੀ ਚੰਗਿਆ ਕਹਿਣਾ, ਔਖੀ ਮੰਜ਼ਿਲ ਫਕੀਰਾਂ ਵਾਲੀ, ਔਖੀ ਮੰਜ਼ਿਲ ਫਕੀਰਾਂ ਵਾਲੀ। ਤਦ ਵੀ ਚੰਗਿਆ ਕਹਿਣਾ, ਔਖੀ ਮੰਜ਼ਿਲ ਫਕੀਰਾਂ ਵਾਲੀ, ਔਖੀ ਮੰਜ਼ਿਲ ਫਕੀਰਾਂ ਵਾਲੀ। ਤਦ ਵੀ ਚੰਗਿਆ ਕਹਿਣਾ, ਔਖੀ ਮੰਜ਼ਿਲ ਫਕੀਰਾਂ ਵਾਲੀ, ਔਖੀ ਮੰਜ਼ਿਲ ਫਕੀਰਾਂ ਵਾਲੀ। ਜਾ ਫਕੀਰਾ ਫਕੀਰੀ ਔਖੀ, 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 ਜਾ ਫਕੀਰਾ ਫਕੀਰੀ ਔਖੀ। ਇੱਥੇ ਜਿਉਂਦੇ ਜੀ ਮਰ ਬਹਿਣਾ, ਜਿਉਂਦੇ ਜੀ ਮਰ ਬਹਿਣਾ, ਔਖੀ ਮੰਜ਼ਿਲ ਫਕੀਰਾਂ, ਔਖੀ ਮੰਜ਼ਿਲ ਫਕੀਰਾਂ ਵਾਲੀ। ਜਿਉਂਦੇ ਜੀ ਮਰ ਬਹਿਣਾ, ਔਖੀ ਮੰਜ਼ਿਲ ਫਕੀਰਾਂ ਵਾਲੀ, ਔਖੀ ਮੰਜ਼ਿਲ ਫਕੀਰਾਂ ਵਾਲੀ। ਉਹ ਜਿਉਂਦੇ ਜੀ ਮਰ ਬਹਿਣਾ, ਔਖੀ ਮੰਜ਼ਿਲ ਫਕੀਰਾਂ ਵਾਲੀ, ਔਖੀ ਮੰਜ਼ਿਲ ਫਕੀਰਾਂ ਵਾਲੀ। ਜਦੋਂ ਮਿਲ ਕੇ ਗੁਰਾਂ ਦੇ ਪਿਆਰੇ, ਮਿਲ ਕੇ ਗੁਰਾਂ ਦੇ ਪਿਆਰੇ, ਬਾਬਾ ਜੀ ਲੇਖਾ ਪੜ ਗਿਆ, ਬਾਬਾ ਜੀ ਲੇਖਾ ਪੜ ਗਿਆ। ਜਦੋਂ ਮਿਲ ਕੇ ਗੁਰਾਂ ਦੇ ਪਿਆਰੇ, ਬਾਬਾ ਜੀ ਲੇਖਾ ਪੜ ਗਿਆ, ਬਾਬਾ ਜੀ ਲੇਖਾ ਪੜ ਗਿਆ। ਜਦੋਂ ਮਿਲ ਕੇ ਗੁਰਾਂ ਦੇ ਪਿਆਰੇ, ਬਾਬਾ ਜੀ ਲੇਖਾ ਪੜ ਗਿਆ, ਬਾਬਾ ਜੀ ਲੇਖਾ ਪੜ ਗਿਆ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਜਾਗਤ ਜੋਤ, ਬਾਲੀਏ ਦੋ ਜਹਾਨ ਬਾਣੀ ਕੇ ਬੋਹਿਤ, ਹਾਲਤ ਭਗਤ ਕੇ ਰੱਖਿਅਕ ਹਾਜ਼ਰ ਨਾਜ਼ਰ ਸ਼ਬਦ ਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਪਾਵਨ ਗੋਦ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਾਰੀ ਸੰਗਤ ਇਕਾਗਰਤਾ ਦੇ ਨਾਲ ਬੈਠੋ। ਜਿੱਥੋਂ ਤਾਈਂ ਸਪੀਕਰ ਦੀ ਆਵਾਜ਼ ਜਾਂਦੀ ਹੈ, ਸਾਰਿਆਂ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਪੁਰਸ਼ਾਂ ਦੀ ਪਵਿੱਤਰ ਯਾਦ, ਨਗਰ ਲੰਡਿਆਂ ਦੀ ਸੰਗਤ, ਇਲਾਕਾ ਨਿਵਾਸੀ ਸੱਜਣ, ਪ੍ਰਬੰਧਕ ਕਮੇਟੀ, ਸੂਝਵਾਨ ਪ੍ਰਬੰਧਕ ਸੱਜਣ ਮਿਲ ਕੇ
ਮਹਾਂਪੁਰਸ਼ਾਂ ਦੀ ਮਿੱਠੀ ਨਿੱਘੀ ਯਾਦ ਇਸ ਸਥਾਨ ਤੇ ਆਏ ਸਾਲ ਮਨਾਉਂਦੇ ਨੇ, ਆਏ ਸਾਲ ਹੀ ਦੀਵਾਨ ਸਜਦੇ ਨੇ। ਬੇਅੰਤ ਸਤਿਪੁਰਸ਼ ਇਸ ਸਥਾਨ ਤੇ ਆ ਕੇ ਸਾਨੂੰ ਗੁਰੂ ਚਰਨਾਂ ਦੇ ਨਾਲ ਜੋੜਦੇ ਰਹਿੰਦੇ ਨੇ। ਬਖਸ਼ਿਸ਼ ਦਾਤੇ ਬਾਬਾ ਪਾਲਾ ਸਿੰਘ ਜੀ ਮਹਾਂਪੁਰਸ਼ ਕੰਡਿਆਲ ਵਾਲੇ, ਜਿਨ੍ਹਾਂ ਨੇ ਗਾਹੇ ਬਗਾਹੇ ਇਸ ਸਥਾਨ ਤੇ ਦੀਵਾਨ ਵੀ ਸਜਾਉਂਦੇ ਰਹੇ ਔਰ ਇਸ ਸਥਾਨ ਦੀ ਮਰਜ਼ਾਦਾ ਨੂੰ ਵੀ ਉਹਨਾਂ ਨੇ ਬਹੁਤ ਹੀ ਪ੍ਰੇਮ ਦੇ ਨਾਲ ਗੁਰਸਿੱਖੀ ਵਾਲੇ ਪਾਸੇ, ਗੁਰਮਤ ਵਾਲੇ ਪਾਸੇ ਮਹਾਂਪੁਰਸ਼ਾਂ ਨੇ ਮੋੜਿਆ। ਪਰ ਉਪਕਾਰ ਹੈ ਉਹਨਾਂ ਦਾ। ਇਸ ਸਥਾਨ ਤੇ ਮਹਾਂਪੁਰਸ਼ਾਂ ਦੇ ਪ੍ਰਵਚਨ ਵੀ ਹੁੰਦੇ ਰਹੇ, ਦੀਵਾਨ ਵੀ ਸਜਦੇ ਰਹੇ, ਬਹੁਤ ਆਨੰਦ ਵਰਤਾਉਂਦੇ ਰਹੇ ਮਹਾਂਪੁਰਸ਼। ਆਓ ਸਾਧ ਸੰਗਤ ਜੀ, ਅੱਜ ਫੇਰ ਸਾਨੂੰ ਜੁੜਨ ਦਾ ਸਮਾਂ ਮਿਲਿਆ ਹੈ। ਭਾਵੇਂ ਮੇਰੀ ਨਿਗਾਹ ਸੰਗਤ ਦੇ ਉੱਪਰ ਨਹੀਂ ਪੈ ਰਹੀ, ਕਿਉਂਕਿ ਸਟੇਜ ਦੀ ਉਸ ਹਿਸਾਬ ਦੇ ਨਾਲ ਤਿਆਰੀ ਹੋਈ ਹੈ, ਪਰ ਤੁਸੀਂ ਆਪ ਹੀ ਡਿਊਟੀ ਇਹ ਰੱਖਣੀ ਹੈ। ਭੈਣਾਂ ਨੇ ਭੈਣਾਂ ਵਾਲੇ ਪਾਸੇ ਵੀ ਕੋਈ ਗੱਲ ਨਹੀਂ ਦੁਨਿਆਵੀ ਕਰਨੀ, ਪੂਰਨ ਸ਼ਰਧਾ ਭਾਵਨਾ ਨਾਲ ਬੈਠਣਾ। ਮਸਾਂ ਘੰਟੇ ਕੁ ਦਾ ਆਪਣਾ ਸਮਾਂ ਹੈ। ਇਸ ਤਰੀਕੇ ਨਾਲ ਬੈਠਿਓ ਵੀ ਜਿਵੇਂ ਸਰੀਰ ਬੈਠਾ ਹੈ ਤੇ ਪਤਾ ਹੀ ਨਾ ਲੱਗੇ ਵੀ ਕਿੱਥੇ ਬੈਠੇ, ਇੰਨੇ ਆਨੰਦ ਦੇ ਵਿੱਚ ਬੈਠੇ। ਜਿਹੜੇ ਸੇਵਾ ਕਰ ਰਹੇ ਨੇ ਉਹ ਸੇਵਾ ਕਰੀ ਚੱਲੋ, ਲੰਗਰ ਦੇ ਵਿੱਚ ਸੇਵਾਦਾਰ ਸੇਵਾ ਕਰਦੇ ਨੇ, ਉਹ ਵੀ ਪੂਰਾ ਸਾਇਲੈਂਟ ਹੋ ਕੇ, ਭਾਂਡੇ ਨਾ ਖੜਕਾਓ, ਇੱਧਰ ਆਵਾਜ਼ ਨਾ ਆਵੇ ਸਟੇਜ ਤੇ। ਕਿਉਂਕਿ ਜਿਹੜਾ ਦੀਵਾਨ ਦਾ ਸਮਾਂ ਹੁੰਦਾ ਹੈ, ਦੀਵਾਨ ਦੇ ਸਮੇਂ ਵਿੱਚ ਆਪਾਂ ਆਤਮਿਕ ਆਨੰਦ ਲੈਣਾ ਹੁੰਦਾ ਹੈ, ਆਤਮਿਕ ਆਨੰਦ। ਤੇ ਆਤਮਿਕ ਆਨੰਦ ਆਪਾਂ ਨੂੰ ਕਦੋਂ ਆਊਗਾ? ਜਦੋਂ ਆਪਾਂ ਆਤਮਿਕ ਤੌਰ ਤੇ ਜੁੜਾਂਗੇ। ਜੇ ਆਤਮਾ ਤਾਂ ਆਪਣੀ ਪਾਸੇ ਆਸੇ ਧਿਆਨ ਫਿਰਦਾ ਹੈ ਤੇ ਸਰੀਰ ਆਪਣਾ ਬੈਠਾ ਤੇ ਫਿਰ ਆਪਾਂ ਨੂੰ ਆਨੰਦ ਨਹੀਂ ਨਾ ਮਿਲਣਾ। ਭਾਈ ਸੁਰਜੀਤ ਸਿੰਘ ਜੀ ਤੁਹਾਨੂੰ ਸੁਣਾ ਰਹੇ ਸੀ, ਬਹੁਤ ਆਨੰਦ ਦੇ ਵਿੱਚ ਗੁਰੂ ਦੀ ਵਿਚਾਰ ਆਪ ਸਰਵਣ ਕਰ ਰਹੇ ਸੀ। ਜੇ ਆਪਾਂ ਆਤਮਾ ਦਾ ਖਿੰਡਾ ਹੀ ਰਿਹਾ ਵੀ ਆਤਮਾ ਪਾਸੇ ਆਸੇ ਹੀ ਸਾਡਾ ਮਨ ਭੱਜਿਆ ਫਿਰਦਾ ਰਿਹਾ, ਤੇ ਫਿਰ ਤੇ ਗੁਰੂ ਸਾਹਿਬ ਕਹਿੰਦੇ ਨੇ, ਭਾਈ ਕਬੀਰ ਮਨ ਪੰਖੀ ਭਇਓ, ਉੱਡ ਉੱਡ ਦਹਿ ਦਹਿ ਸਜਾਏ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਜੇ ਮਨ ਤਾਂ ਪੰਛੀਆਂ ਵਾਂਗੂ ਹੀ ਭੱਜਿਆ ਫਿਰਦਾ ਰਿਹਾ, ਸਰੀਰ ਇੱਥੇ ਬੈਠਾ ਰਿਹਾ, ਫਿਰ ਕੋਈ ਗੱਲ ਪੱਲੇ ਤਾਂ ਪੈਣੀ ਨਹੀਂ ਆਪਣੀ। ਮਹਾਂਪੁਰਸ਼ ਸਮਝਾਉਂਦੇ ਹੁੰਦੇ ਸੀ, ਕਹਿੰਦੇ ਜਦੋਂ ਮਹਾਰਾਜ ਦੀ ਹਜ਼ੂਰੀ 'ਚ ਬੈਠਣਾ ਨਾ, ਤੇ ਅੱਖਾਂ ਨੂੰ ਗੁਰੂ ਦਰਸ਼ਨਾਂ ਵੱਲ, ਕੰਨਾਂ ਨੂੰ ਗੁਰੂ ਸ਼ਬਦ ਵੱਲ, ਤੇ ਮੁਖ ਨਾਲ ਸ਼ਬਦ ਬੋਲਣਾ ਹੈ। ਜਿਵੇਂ ਆਪਾਂ ਧਾਰਨਾ ਪੜ੍ਹਦੇ ਆ, ਮੂੰਹ ਨਾਲ ਉੱਚੀ ਉੱਚੀ ਬੋਲੋ, ਤੁਹਾਡਾ ਮਨ ਕਦੇ ਨਹੀਂ ਪਾਸੇ ਜਾਊ। ਜਦੋਂ ਧਾਰਨਾ ਪੜ੍ਹਦੇ ਆ ਨਾ ਮਹਾਂਪੁਰਸ਼ ਰੱਬ ਦੇ ਪਿਆਰੇ, ਤੇ ਧਾਰਨਾ ਦੇ ਵਿੱਚ ਉੱਚੀ ਉੱਚੀ ਬੋਲੋ, ਜਿੰਨੀ ਆਵਾਜ਼ ਹੈ ਉੱਚੀ ਬੋਲਿਆ ਕਰੋ, ਮਨ ਕਿਤੇ ਨਹੀਂ ਜਾਊਗਾ। ਜੇ ਮਨ ਪਾਸੇ ਹੋਊਗਾ ਤਾਂ ਵੀ ਉੱਥੇ ਆ ਜਾਊ ਟਿਕਾਣੇ ਤੇ। ਭਗਤ ਜੀ ਬਚਨ ਕਰਦੇ ਨੇ ਬਾਣੀ 'ਚ, ਨਾਮਾ ਕਹੇ ਤਰਲੋਚਨਾ ਮੁਖ ਤੇ RAM ਸਮਾਲ, ਹਾਥ ਪਾਉ ਕਰ ਕਾਮ ਸਭ ਚੀਤ ਨਰੰਜਨ ਨਾਲ। ਸਰੀਰ ਬੈਠਾ ਤੇ ਚਿੱਤ ਐਨ ਵਾਹਿਗੁਰੂ ਜੀ ਦੇ ਚਰਨਾਂ ਵਿੱਚ ਜੋੜਿਆ ਹੋਇਆ, ਟੁੱਟਿਆ ਵੀ ਨਹੀਂ ਟੁੱਟਦੀ ਪ੍ਰੀਤੀ। ਆਪਾਂ ਤਾਂ ਐਵੇਂ ਮਾੜੇ ਜੇ ਨਹੀਂ ਧਿਆਨ ਪਾਸੇ ਲੈ ਜਾਂਦੇ ਆ ਨਾ। ਜਿਹੜੇ ਰੱਬ ਦੇ ਪਿਆਰੇ ਨੇ, ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੈ, ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੈ, ਉਹਨਾਂ ਨੂੰ ਤਾਂ ਕੋਈ ਹਿਲਾਈ ਵੀ ਜਾਵੇ ਨਾ ਪਿਆਰੇ, ਉਹ ਹਿਲਾਈ ਜਾਵੇ, ਉਹ ਤਾਂ ਹਿਲਾਇਆ ਵੀ ਨਹੀਂ ਹਿਲਦੇ। ਉਹਨਾਂ ਦੀ ਬਿਰਤੀ ਤਾਂ ਹਿਲਾਇਆਂ ਤੋਂ ਵੀ ਨਹੀਂ ਟੁੱਟਦੀ, ਇੰਨੀ ਬਿਰਤੀ ਜੁੜ ਜਾਂਦੀ। ਉਹ ਵੀ ਤਾਂ ਪਿਆਰ ਵਾਲੇ ਹੋਣਗੇ ਹੀ ਨਾ। ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਮਾਸੂਆਣਾ ਸਾਹਿਬ ਵਾਲੇ ਕੱਲਰ ਕਨੋਏ ਜਦੋਂ ਭਗਤੀ ਤੇ ਬੈਠੇ ਸੀ ਨਾ, ਬਾਬਾ ਜੀ ਬਾਬਾ ਅਤਰ ਸਿੰਘ ਜੀ ਕੱਲਰ ਕਨੋਏ, ਮਹਾਂਪੁਰਸ਼ ਏਦਾਂ ਚੌਂਕੜਾ ਲਾ ਕੇ ਬੈਠੇ ਸੀ ਤੇ ਕੱਪੜਿਆਂ ਨੂੰ ਸਿਉਂਕ ਲੱਗੀ ਸੀ, ਸਿਉਂਕ। ਹੁਣ ਸੋਚ ਕੇ ਦੇਖੋ, ਤੁਸੀਂ ਆਪ ਬੈਠੇ ਹੋ ਬੜੇ ਪਿਆਰ ਵਾਲੇ,
ਆਪਾਂ ਇੱਥੇ ਘੰਟਾ ਮਸਾਂ ਬੈਠਣਾ, ਇੱਕ ਗਰਮੀ ਦਾ ਮੌਸਮ ਹੈ, ਧਿਆਨ ਵੀ ਨਹੀਂ ਟਿਕਦਾ ਆਪਣਾ। ਬਾਬਾ ਅਤਰ ਸਿੰਘ ਜੀ ਜਦੋਂ ਬੈਠੇ ਸੀ ਨਾ ਤੇ ਕੱਪੜਿਆਂ ਨੂੰ ਸਿਉਂਕ ਲੱਗ ਗਈ ਸੀ, ਇੰਨਾ ਧਿਆਨ ਟਿਕ ਗਿਆ ਸੀ ਮਹਾਰਾਜ ਦੇ ਚਰਨਾਂ 'ਚ। ਧਿਆਨ ਟਿਕੇ ਦੀ ਨਿਸ਼ਾਨੀ ਇਹ ਹੈ ਭਾਈ, ਪਤਾ ਕਿੱਥੋਂ ਲੱਗਦਾ ਵੀ ਧਿਆਨ ਟਿਕ ਗਿਆ? ਧਿਆਨ ਟਿਕੇ ਦੀ ਨਿਸ਼ਾਨੀ ਗੁਰੂ ਸਾਹਿਬ ਤੋਂ ਪੁੱਛੋ, ਆਓ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੀਏ ਵੀ ਕਿੱਥੋਂ ਪਤਾ ਲੱਗਦਾ ਵੀ ਇਹਦਾ ਮਨ ਜੁੜ ਗਿਆ, ਇਹਦੀ ਬਿਰਤੀ ਲੱਗ ਗਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਰੱਤੇ ਸੇਈ ਜੇ ਮੁਖ ਨਾ ਮੁੜਨ। ਕਹਿੰਦੇ ਉਹਨਾਂ ਨੂੰ ਰੰਗ ਚੜਿਆ, ਉਹਨਾਂ ਨੂੰ ਆਨੰਦ ਆਇਆ, ਉਹਨਾਂ ਦੀ ਸਮਾਧੀ ਲੱਗੀ ਹੈ ਜਿਹੜੇ ਕਿਸੇ ਦੇ ਤੋੜਿਆਂ ਕਿਸੇ ਦੇ ਹਿਲਾਇਆ ਨਹੀਂ ਹਿਲਦੇ। ਆਪਾਂ ਨੂੰ ਤਾਂ ਮਾੜਾ ਜਿਹਾ ਕੋਈ ਕਹਿ ਦੇਵੇ ਜਦੋਂ ਦਾ ਤੂੰ ਅੰਮ੍ਰਿਤ ਛਕਿਆ ਤੇਰੇ ਤੇ ਕੰਮ ਹੀ ਖਰਾਬ ਹੋਣ ਲੱਗ ਗਿਆ, ਆਪਾਂ ਗਾਤਰਾ ਹੀ ਲਾ ਦਿੰਦੇ। ਜਦੋਂ ਦਾ ਤੂੰ ਭਾਈ ਗੁਰਦੁਆਰੇ ਜਾਣ ਲੱਗਾ ਤੈਨੂੰ ਤੇ ਦੁੱਖ ਹੀ ਵਾਲੇ ਆ ਗਏ, ਆਪਾਂ ਕਹਿੰਦੇ ਗੁਰਦੁਆਰੇ ਹੀ ਛੱਡ ਦਿਓ ਜਾਣ। ਜਦੋਂ ਦਾ ਤੂੰ ਮਹਾਂਪੁਰਸ਼ਾਂ ਦੀ ਸੰਗਤ ਕਰਨ ਲੱਗਾ ਤੂੰ ਤੇ ਦੁਖੀ ਬਹੁਤ ਹੈ, ਆਪਾਂ ਕਹਿੰਦੇ ਸੰਤਾਂ ਨੂੰ ਹੀ ਛੱਡ ਦਿਓ। ਪਤਾ ਕਿਉਂ ਕਹਿੰਦੇ ਆਪਾਂ ਪਿਆਰਿਓ? ਆਪਾਂ ਨੂੰ ਹਜੇ ਗੁਰੂ ਦਾ ਰੰਗ ਨਹੀਂ ਚੜਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਾਂ ਉਸ ਰੰਗ ਦੇ ਨੇੜੇ ਵੀ ਨਹੀਂ ਗਏ, ਆਪਾਂ ਨੂੰ ਉਹ ਰੰਗ ਹਜੇ, ਆਪਾਂ ਕੋਹਾਂ ਦੂਰ ਆ ਉਸ ਰੰਗ ਤੋਂ, ਆਪਾਂ ਨੂੰ ਰੰਗ ਨਹੀਂ ਚੜਿਆ। ਉਹ ਵੀ ਤਾਂ ਸਿੱਖ ਹੀ ਸੀਗੇ ਜਿਹੜੇ ਕਹਿੰਦੇ ਸੀ ਆਰੇ ਨਾ ਭਾਵੇਂ ਚੀਰ ਦਿਓ, ਗਰਦਨ ਭਾਵੇਂ ਕੱਟ ਦਿਓ, ਬੋਟੀ ਬੋਟੀ ਭਾਵੇਂ ਕੱਟ ਦਿਓ, ਪੋਰੀ ਪੋਰੀ ਭਾਵੇਂ ਕੱਟ ਦਿਓ, ਪਰ ਸਾਡੀ ਗੁਰੂ ਨਾਲ ਪ੍ਰੀਤ ਨਾ ਟੁੱਟ ਜੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਵੀ ਤਾਂ ਸਿੱਖ ਹੀ ਸੀਗੇ, ਆਪਾਂ ਇਦਾਂ ਹੀ ਟੁੱਟੀ ਜਾਂਦੇ ਕਿਸੇ ਦੇ ਕਹਿਣ ਤੇ। ਆਪਾਂ ਨੂੰ ਕੋਈ ਕਹਿ ਦੇਵੇ ਆਪਾਂ ਗੁਰੂ ਨੂੰ ਛੱਡ ਦਿੰਦੇ, ਆਪਾਂ ਨੂੰ ਕੋਈ ਕਹਿ ਦੇਵੇ ਵੀ ਤੇਰਾ ਕੰਮ ਨਹੀਂ ਬਣਿਆ ਆਪਾਂ ਅਰਦਾਸ ਕਰਾਉਣੀ ਛੱਡ ਦਿੰਦੇ। ਪਰ ਪ੍ਰੀਤ ਪਤਾ ਕਿਹੋ ਜੀ ਹੋਵੇ ਭਾਈ? ਆ ਪੁੱਛ ਲਿਓ ਗੁਰੂ ਤੋਂ, ਅੱਜ ਪੁੱਛ ਕੇ ਜਾਇਓ, ਲੈ ਕੇ ਜਾਇਓ ਜਵਾਬ ਸਾਰੇ। ਮਹਾਰਾਜ ਕਹਿੰਦੇ ਮੂਲ ਲਾਲਣ ਸਿਉ ਪ੍ਰੀਤ ਬਣੀ। ਬਣੀ ਆ ਆਪਣੀ? ਪੁੱਛੋ ਖਾ ਆਪਣੇ ਅੰਦਰ ਤੋਂ, ਦਿਓ ਆਵਾਜ਼ ਅੰਦਰ ਨੂੰ ਵੀ ਬਣੀ ਹੈ ਸਾਡੀ। ਸਾਡੀ ਪੁੱਛਾਂ ਵਾਲਿਆਂ ਕੋਲੇ ਤੇ ਬਣੀ ਹੋਊਗੀ, ਸਾਡੀ ਪੰਡਤਾਂ ਕੋਲੇ ਤੇ ਬਣੀ ਹੋਊਗੀ, ਸਾਡੀ ਤਵੀਤਾਂ ਧਾਗਿਆਂ ਕੋਲੇ ਤੇ ਬਣੀ ਹੋਊਗੀ। ਅੰਦਰੋਂ ਜਿਹੜਾ ਪੁੱਛਿਓ ਖਾ ਵੀ ਸਾਡੀ ਗੁਰੂ ਨਾਲ ਬਣੀ ਹੈ, ਪੁੱਛਿਓ ਖਾ ਅੰਦਰੋਂ, ਲਿਓ ਜਵਾਬ। ਮੂਲ ਲਾਲਣ ਸਿਉ ਪ੍ਰੀਤ ਬਣੀ, ਬਣ ਗਈ ਸਾਡੀ ਗੁਰੂ ਨਾਲ। ਤੇ ਜਵਾਬ ਲੈ ਲਿਓ ਅੰਦਰੋਂ, ਜੇ ਸਾਡੀ ਗੁਰੂ ਨਾਲ ਬਣ ਗਈ ਤੇ ਜਪਜੀ ਸਾਹਿਬ ਪੜ੍ਹ ਕੇ ਆਏ ਆ ਜਪ, ਲੈ ਲਿਓ ਜਵਾਬ ਅੰਦਰੋਂ। ਜੇ ਸਾਡੀ ਗੁਰੂ ਨਾਲ ਪ੍ਰੀਤ ਬਣ ਗਈ, ਗੱਲਾਂ ਨਾਲ ਤਾਂ ਨਹੀਂ ਪਹੁੰਚਿਆ ਜਾਣਾ। ਆਪਾਂ ਗੱਲਾਂ ਕਰਦੇ ਆਂ ਬਥੇਰੀਆਂ, ਮੈਂ ਤਾਂ ਜੀ ਬਾਬੇ ਦੇ ਜਾਣਾ ਆ, ਮੈਂ ਤੇ ਬਾਬੇ ਦੀ ਸੇਵਾ ਕਰਦਾ ਆ, ਗੱਲਾਂ ਨਾਲ ਤਾਂ ਨਹੀਂ ਜਿੱਤਿਆ ਜਾਣਾ। ਗੱਲਾਂ ਨਾਲ ਤੇ ਗੁਰੂ ਨੇ ਖੁਸ਼ ਨਹੀਂ ਹੋਣਾ। ਭਾਈ ਗੁਰਦਾਸ ਜੀ ਕਹਿੰਦੇ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ, ਗੱਲਾਂ ਨਾਲ ਪਹੁੰਚ ਜਾਓਗੇ। ਵੱਡੀਆਂ ਵੱਡੀਆਂ ਗੱਲਾਂ ਕਰਕੇ ਸਮਾਨ ਥੱਲੇ ਲਾ ਕੇ ਗੁਰੂ ਕੋਲੇ ਪਹੁੰਚ ਜਾਓਗੇ, ਨਹੀਂ ਪਹੁੰਚਿਆ ਜਾਏਗਾ। ਗੱਲਾਂ ਨਾਲ ਗੁਰੂ ਖੁਸ਼ ਨਹੀਂ ਹੁੰਦਾ। ਗੁਰੂ ਗ੍ਰੰਥ ਸਾਹਿਬ ਦੇ 1430 ਅੰਗਾਂ 'ਚ ਕਿਤੇ ਵੀ ਲਿਖਿਆ ਨਹੀਂ ਵੀ ਗੱਲਾਂ ਨਾਲ ਗੁਰੂ ਖੁਸ਼ ਹੁੰਦਾ। ਇੱਕ ਜਗ੍ਹਾ ਲਿਖਿਆ ਦਿਖਾ ਦੇ। ਆਪਾਂ ਗੱਲਾਂ ਨਾਲ ਖੁਸ਼ ਕਰਨਾ ਚਾਹੁੰਦੇ ਆ ਵੀ ਚੋਪੜੀਆਂ ਗੱਲਾਂ ਕਰੋ ਤੇ ਗੁਰੂ ਖੁਸ਼ ਹੋ ਜਾਊਗਾ। ਅਸੀਂ ਤੇ ਜੀ ਬਹੁਤ ਸੇਵਾਦਾਰ ਹੈ, ਐਦਾਂ ਨਹੀਂ ਖੁਸ਼ ਹੋਣਾ ਮਹਾਰਾਜ। ਜੇ ਸਾਡੀ ਪ੍ਰੀਤ ਬਣੀ ਹੈ, ਜਿਨ੍ਹਾਂ ਦੀ ਪ੍ਰੀਤ ਬਣੀ ਹੈ ਉਹਨਾਂ ਨੂੰ ਅੰਮ੍ਰਿਤ ਵੇਲੇ ਆਪਣੇ ਆਪ ਹੀ ਜਾਗ ਆ ਜਾਂਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਾਂ ਕਹਿੰਦੇ ਆ ਵੀ ਸਵੇਰੇ ਜਗਾਊ ਕੌਣ? ਅਲਾਰਮ ਲਾ ਲਓ, ਮੋਬਾਈਲ ਤੇ ਅਲਾਰਮ ਲਾ ਲਓ, ਟਾਈਮ ਪੀਸ ਤੇ ਲਾ ਲਓ। ਇਹ ਅਲਾਰਮ ਤਾਂ ਹੋ ਸਕਦਾ ਨਾ ਵੱਜਣ, ਮੋਬਾਈਲ ਹੋ ਸਕਦਾ ਬੈਟਰੀ ਲੋ ਹੋ ਜੇ ਨਾ ਅਲਾਰਮ ਵੱਜੇ, ਟਾਈਮ ਪੀਸ ਦਾ ਸੈੱਲ ਮੁੱਕ ਜੇ ਨਾ ਅਲਾਰਮ ਵੱਜੇ। ਓਏ ਜਿਹੜਾ ਅੰਦਰ ਗੁਰੂ ਨੇ ਅਲਾਰਮ ਲਾਇਆ ਉਹ ਤੇ ਉਨੇ ਵਜੇ ਵੱਜਦਾ ਹੀ ਵੱਜਦਾ ਪਟਕਾ। ਜਿਹੜਾ ਗੁਰੂ ਨੇ ਅੰਦਰ ਅਲਾਰਮ ਲਾਇਆ ਨਾ, ਜਿਹੜਾ ਅੰਦਰ ਗੁਰੂ ਦੇ ਪਿਆਰ ਦਾ ਅਲਾਰਮ ਹੈ, ਉਹ ਤਾਂ ਪਿਆਰ ਵਾਲਿਆਂ ਦੇ 12:15 ਵਜੇ ਵੀ ਵੱਜ ਜਾਂਦਾ, 2 ਵਜੇ ਵੀ ਵੱਜ ਜਾਂਦਾ। ਉਹ ਤੇ ਭਿੰਨੀ ਰੈਣੜੀਏ ਚਮਕਣ ਤਾਰੇ, ਜਾਗਣ ਸੰਤ ਜਨਾ ਮੇਰੇ ਰਾਮ ਪਿਆਰੇ। ਉਹ ਤੇ ਉਦੋਂ ਹੀ ਚੌਂਕੜਾ ਲਾ ਕੇ ਬਹਿ ਜਾਂਦੇ ਆਪਣੇ ਆਸਣ ਤੇ ਵੀ ਬਸ ਹੁਣ ਭਾਈ ਅੰਮ੍ਰਿਤ ਵੇਲਾ ਹੋ ਗਿਆ, ਜਪੀ ਚੱਲੋ ਬੈਠੇ। ਉਹਨਾਂ ਨੂੰ ਗੁਰੂ ਜਗਾਉਂਦਾ।
ਜਿਵੇਂ ਬਾਬਾ ਨੰਦ ਸਿੰਘ ਜੀ ਨੇ ਕਿਹਾ ਸੀ ਸਿਆੜ ਵਾਲੇ ਮਹਾਂਪੁਰਸ਼ਾਂ ਨੂੰ, ਬਾਬਾ ਮੀਹਾ ਸਿੰਘ ਜੀ ਨੂੰ, ਕਹਿੰਦੇ ਮੀਹਾ ਸਿੰਘ 40 ਦਿਨ ਉੱਠੀ, ਜੇ ਤੇਰੀ ਭਗਤੀ ਸੱਚੀ ਹੋਈ 41ਵੇਂ ਦਿਨ ਤੈਨੂੰ ਗੁਰੂ ਨਾਨਕ ਪਾਤਸ਼ਾਹ ਬਾਂਹ ਫੜ ਕੇ ਠਾਉਣਗੇ ਆ ਕੇ ਆਪ। ਕਹਿੰਦੇ 40 ਦਿਨ ਉੱਠੀ ਤੂੰ, ਜੇ ਤੇਰੀ ਭਗਤੀ ਸੱਚੀ ਹੋਈ ਤੇ 41ਵੇਂ ਦਿਨ ਤੈਨੂੰ ਗੁਰੂ ਨਾਨਕ ਬਾਬਾ ਜੀ ਬਾਂਹ ਫੜ ਕੇ ਠਾਉਣਗੇ ਵੀ ਮੀਹਾ ਸਿੰਘ ਉੱਠ ਭਗਤੀ ਕਰ ਉੱਠ। ਇਹ ਕਿੰਨਾਂ ਨੂੰ ਠਾਉਂਦੇ ਨੇ ਭਾਈ? ਅੱਜ ਵੀ ਠਾਉਂਦੇ ਨੇ, ਇਹ ਨਾ ਤੁਸੀਂ ਕਿਉਂ ਵੀ ਅੱਜ ਨਹੀਂ ਠਾਉਂਦੇ, ਅੱਜ ਵੀ ਠਾਉਂਦੇ ਨੇ। ਪਰ ਜਿਨ੍ਹਾਂ ਦੀ ਸੱਚੀ ਪ੍ਰੀਤ ਬਣ ਜੇ, ਮੂਲ ਲਾਲਣ ਸਿਉ ਪ੍ਰੀਤ ਬਣੀ, ਕਿਹੋ ਜੀ ਹੋ ਜਾਂਦੀ ਹੈ? ਤੋੜੀ ਨਾ ਟੁੱਟੇ, ਛੋਰੀ ਨਾ ਛੁੱਟੇ, ਐਸੀ ਮਾਧੋ ਖਿੰਚ ਤਣੀ। ਜਿਵੇਂ ਰੱਸੀ ਬੰਨੀ ਹੁੰਦੀ ਹੈ ਨਾ, ਭੋਰਾ ਢਿੱਲ ਨਾ ਹੋਵੇ ਵਿੱਚ, ਭੋਰਾ ਵੀ ਢਿੱਲ। ਜਿਹੜੇ ਗੁਰਸਿੱਖ ਪਿਆਰ ਵਾਲੇ ਨੇ ਨਾ ਭਾਈ, ਉਹਨਾਂ ਦੇ ਮਨ 'ਚ ਭੋਰਾ ਵੀ ਢਿੱਲ ਨਹੀਂ ਹੈ। ਆ ਪੜਿਓ ਨਾਲ ਨਾਲ ਸਾਰੇ। ਐਸੀ ਜੁੜ ਗਈ ਪ੍ਰੀਤੀ ਤੇਰੇ ਨਾਲ, ਤੋੜਿਆ ਵੀ ਨਹੀਂ ਉਹ ਟੁੱਟਦੀ। ਜੁੜ ਗਈ ਪ੍ਰੀਤੀ ਤੇਰੇ ਨਾਲ, ਤੋੜਿਆ ਵੀ ਨਹੀਂ ਉਹ ਟੁੱਟਦੀ। ਐਸੀ ਜੁੜ ਗਈ ਪ੍ਰੀਤੀ ਤੇਰੇ ਨਾਲ, ਤੋੜਿਆ ਵੀ ਨਹੀਂ ਉਹ ਟੁੱਟਦੀ। ਐਸੀ ਜੁੜ ਗਈ ਪ੍ਰੀਤੀ ਤੇਰੇ ਨਾਲ, ਤੋੜਿਆ ਵੀ ਨਹੀਂ ਉਹ ਟੁੱਟਦੀ। ਐਸੀ ਜੁੜ ਗਈ ਪ੍ਰੀਤੀ ਤੇਰੇ ਨਾਲ, ਤੋੜਿਆ ਵੀ ਨਹੀਂ ਉਹ ਟੁੱਟਦੀ। ਐਸੀ ਜੁੜ ਗਈ ਪ੍ਰੀਤੀ ਤੇਰੇ ਨਾਲ, ਤੋੜਿਆ ਵੀ ਨਹੀਂ ਉਹ ਟੁੱਟਦੀ। ਐਸੀ ਜੁੜ ਗਈ ਪ੍ਰੀਤੀ ਤੇਰੇ ਨਾਲ, ਤੋੜਿਆ ਵੀ ਨਹੀਂ ਉਹ ਟੁੱਟਦੀ। ਜੁੜ ਗਈ ਪ੍ਰੀਤੀ ਤੇਰੇ ਨਾਲ, ਤੋੜਿਆ ਵੀ ਨਹੀਂ ਉਹ ਟੁੱਟਦੀ। ਐਸੀ ਜੁੜ ਗਈ ਪ੍ਰੀਤੀ ਤੇਰੇ ਨਾਲ, ਤੋੜਿਆ ਵੀ ਨਹੀਂ ਉਹ ਟੁੱਟਦੀ। ਐਸੀ ਜੁੜ ਗਈ ਪ੍ਰੀਤੀ ਤੇਰੇ ਨਾਲ, ਤੋੜਿਆ ਵੀ ਨਹੀਂ ਉਹ ਟੁੱਟਦੀ। ਐਸੀ ਜੁੜ ਗਈ ਪ੍ਰੀਤੀ ਤੇਰੇ ਨਾਲ, ਜੋੜਿਆ ਵੀ ਨਹੀਂ ਉਹ। ਐਸੀ ਜੁੜ ਗਈ ਪ੍ਰੀਤੀ ਤੇਰੇ ਨਾਲ, ਤੋੜਿਆ ਵੀ ਨਹੀਂ ਉਹ ਟੁੱਟਦੀ। ਸਾਨੂੰ ਦਿਨ ਰਾਤ ਤੇਰਾ ਹੀ ਖਿਆਲ, ਤੇਰਾ ਹੀ ਖਿਆਲ, ਤੋੜਿਆ ਵੀ ਨਹੀਂ ਉਹ। ਸਾਨੂੰ ਦਿਨ ਰਾਤ ਤੇਰਾ ਹੀ ਖਿਆਲ, ਤੋੜਿਆ ਵੀ ਨਹੀਂ ਉਹ ਟੁੱਟਦੀ। ਸਾਨੂੰ ਦਿਨ ਰਾਤ ਤੇਰਾ ਹੀ ਖਿਆਲ, ਤੋੜਿਆ ਵੀ ਨਹੀਂ ਉਹ ਟੁੱਟਦੀ। ਸਾਨੂੰ ਦਿਨ ਰਾਤ ਤੇਰਾ ਹੀ ਖਿਆਲ, ਤੋੜਿਆ ਵੀ ਨਹੀਂ ਉਹ ਟੁੱਟਦੀ। ਸਾਨੂੰ ਦਿਨ ਰਾਤ ਤੇਰਾ ਹੀ ਖਿਆਲ, ਤੋੜਿਆ ਵੀ ਨਹੀਂ ਉਹ ਟੁੱਟਦੀ। ਸਾਰੇ ਪੜੋ ਗੱਜ ਕੇ। ਦਿਨ ਰਾਤ ਤੇਰਾ ਹੀ ਖਿਆਲ, ਤੋੜਿਆ ਵੀ ਨਹੀਂ ਉਹ ਟੁੱਟਦੀ। ਐਸੀ ਜੁੜ ਗਈ ਪ੍ਰੀਤੀ ਦਾਤਾ ਨਾਲ, ਤੋੜਿਆ ਵੀ ਨਹੀਂ ਉਹ। ਜੁੜ ਗਈ ਪ੍ਰੀਤੀ ਤੇਰੇ ਨਾਲ, ਤੋੜਿਆ ਵੀ ਨਹੀਂ ਉਹ ਟੁੱਟਦੀ। ਐਸੀ ਜੁੜ ਗਈ ਪ੍ਰੀਤੀ ਤੇਰੇ ਨਾਲ, ਤੋੜਿਆ ਵੀ ਨਹੀਂ ਉਹ ਟੁੱਟਦੀ। ਐਸੀ ਜੁੜ ਗਈ ਪ੍ਰੀਤੀ ਤੇਰੇ ਨਾਲ, ਤੋੜਿਆ ਵੀ ਨਹੀਂ ਉਹ ਟੁੱਟਦੀ। ਐਸੀ ਜੁੜ ਗਈ ਪ੍ਰੀਤੀ ਤੇਰੇ ਨਾਲ, ਤੋੜਿਆ ਵੀ ਨਹੀਂ ਉਹ ਟੁੱਟਦੀ। ਐਸੀ ਜੁੜ ਗਈ ਪ੍ਰੀਤੀ ਤੇਰੇ ਨਾਲ, ਤੋੜਿਆ ਵੀ ਨਹੀਂ ਉਹ ਟੁੱਟਦੀ। ਦੇਖਿਆ ਮਹਾਰਾਜ ਕੀ ਕਹਿੰਦੇ? ਮੂੰਹ ਲਾਲਨ ਸਿਉ ਪ੍ਰੀਤ ਬਣੀ। ਜਿਹਦੀ ਬਣ ਜੇ, ਜਿਹਦੀ ਲੱਗ ਜੇ, ਉਹ ਕਿਤੇ ਟੁੱਟਦੇ ਹੁੰਦੇ ਨੇ ਭਾਈ?
ਆ ਇੱਥੇ ਆਪਾਂ ਕਹਿੰਦੇ ਆ ਵੀ ਕੋਈ ਮੈਂਬਰ ਹੋਵੇ ਨਾ, ਆਪਾਂ ਕਹਿੰਦੇ ਸਾਬਕਾ ਮੈਂਬਰ ਹੈ। ਕੋਈ ਸਰਪੰਚ ਹੋਵੇ ਆਪਾਂ ਕਹਿੰਦੇ ਸਾਬਕਾ ਸਰਪੰਚ ਹੈ। ਕੋਈ ਪ੍ਰਿੰਸੀਪਲ ਹੋਵੇ ਆਪਾਂ ਕਹਿੰਦੇ ਸਾਬਕਾ ਪ੍ਰਿੰਸੀਪਲ ਹੈ। ਉਹ ਕਰਮਾਂ ਵਾਲਿਓ ਇੱਥੇ ਕਈ ਸਿੰਘ ਹੈ ਕਹਿੰਦੇ ਸਾਬਕਾ ਅੰਮ੍ਰਿਤਧਾਰੀ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਕੌਣ ਹੈ? ਕਹਿੰਦੇ ਸਾਬਕਾ ਅੰਮ੍ਰਿਤਧਾਰੀ ਹੈ। ਭਾਵ ਪਹਿਲਾਂ ਅੰਮ੍ਰਿਤ ਛਕਿਆ ਹੋਇਆ ਸੀ, ਹੁਣ ਗਾਤਰਾ ਕਿੱਲੇ ਤੇ ਟੰਗਤਾ, ਹੁਣ ਸਾਬਕਾ ਅੰਮ੍ਰਿਤਧਾਰੀ ਹੋ ਗਿਆ। ਜਦੋਂ ਇਹਨੇ ਅੰਮ੍ਰਿਤ ਛਕਿਆ ਸੀ ਕਿਸੇ ਨੂੰ ਟਿਕਣ ਨਹੀਂ ਸੀ ਦਿੰਦਾ, ਮੋਢੇ ਗੋਡੇ ਐਵੇਂ ਹੀ ਮਾਰੀ ਜਾਂਦਾ ਸੀ। ਕੁੱਤੇ ਨੂੰ ਭਾਈ ਪਰੇ ਨੂੰ ਹੋ ਕੇ ਬਹਿ, ਮੇਰਾ ਅੰਮ੍ਰਿਤ ਟੁੱਟ ਜਾਏਗਾ। ਆ ਕਈ ਇਦਾਂ ਦੇ ਹੁੰਦੇ ਨਾ, ਜਦੋਂ ਅੰਮ੍ਰਿਤ ਨਵਾਂ ਛਕਿਆ ਹੋਵੇ ਨਾ ਐਵੇਂ ਹੀ ਮੋਢੇ ਗੋਡੇ ਮਾਰਨਗੇ, ਪਰੇ ਹੋ ਜਾ ਮੇਰਾ ਅੰਮ੍ਰਿਤ ਟੁੱਟ ਜਾਊਗਾ। ਇਹ ਨਹੀਂ ਪਤਾ ਵੀ ਮਹੀਨੇ ਕੁ ਤਾਈਂ ਤਾਂ ਤੂੰ ਆਪ ਹੀ ਟੁੱਟ ਜਾਣਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਹਨਾਂ ਦੀ ਬਣੀ ਹੋਈ ਨਹੀਂ, ਜਿਨ੍ਹਾਂ ਦੀ ਪ੍ਰੀਤ ਲੱਗੀ ਹੋਈ ਨਹੀਂ ਭਾਈ, ਤੇ ਦੱਸ ਦਿਓ ਵੀ ਨਿਭ ਕਿਵੇਂ ਜਾਣਗੇ? ਉਹ ਕਦੇ ਨਹੀਂ ਨਿਭ ਸਕਦੇ। ਆ ਜਿਹੜੇ ਕੱਚੇ ਜੇ ਆ ਨਾ, ਕੱਚੇ ਪਿੱਲੇ ਜੇ, ਆ ਤੁਸੀਂ ਫਲ ਲੈਣ ਜਾਂਦੇ ਹੋ ਰੇਹੜੀ ਤੇ, ਫਲ ਜਿਹੜੇ ਕੱਚੇ ਜੇ ਫਲ ਹੁੰਦੇ ਨਾ ਚੱਕ ਕੇ ਪਾਸੇ ਛੱਡ ਦਿੰਦੇ। ਜਿਹੜੇ ਗਲੇ ਪਲੇ ਜੇ ਹੁੰਦੇ ਕੱਚੇ, ਚੱਕ ਕੇ ਪਾਸੇ ਮਾਰ ਦਿਓ। ਅਸੀਂ ਨਹੀਂ ਲੈਣੇ, ਗਲੇ ਪਲੇ ਨੇ, ਕੱਚੇ ਨੇ। ਤੇ ਗੁਰੂ ਪਿਆਰਿਓ ਕੱਚਾ ਸਿੱਖ ਕਿਵੇਂ ਲੈ ਲਊਗਾ? ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਵਾਬ ਦੇ ਦਿਓ। ਇਧਰ ਧਿਆਨ ਰੱਖਿਓ ਬੀਬੀਆਂ ਭੈਣਾਂ, ਥੋੜਾ ਜਿਹਾ ਸਮਝ ਲਿਓ। ਸਮਾਂ ਬਹੁਤ ਥੋੜਾ ਹੈ, ਗੱਲਾਂ ਬਾਤਾਂ 'ਚ ਨਾ ਗੁਜ਼ਾਰ ਲਿਓ। ਜਿਹੜੀਆਂ ਭੈਣਾਂ ਹੋਣ ਆ ਰਹੀਆਂ ਉਹ ਕਿਰਪਾ ਕਰਕੇ ਸ਼ਾਂਤੀ ਨਹੀਂ ਬੈਠੀ ਚੱਲੋ। ਪਹਿਲਾਂ ਵਾਲੇ ਦੇਖੋ ਕਿੰਨਾ ਟਿਕੇ ਬੈਠੇ ਨੇ, ਜਦੋਂ ਤੁਸੀਂ ਆਉਂਦੇ ਹੋ ਵਿੱਚ ਦੀ ਲੰਘਦੇ ਹੋ ਤੁਸੀਂ ਸਾਰਿਆਂ ਨੂੰ ਹਿਲਾ ਦਿੰਦੇ ਹੋ। ਧਿਆਨ ਨਾਲ ਬੈਠੀ ਚੱਲੋ, ਧਿਆਨ। ਜੇ ਗੁਰੂ ਘਰ ਚਰਨਾਂ 'ਚ ਬੈਠਿਆਂ ਤਾਂ ਪੁੰਨ ਬਣਦਾ ਨਾ, ਜੇ ਗੁਰੂ ਘਰ 'ਚ ਗੱਲਾਂ ਕਰੀਏ ਤੇ ਪਾਪ ਵੀ ਸਿਰ ਚੜ੍ਹਦਾ। ਜੇ ਪੁੰਨ ਬਣਦਾ ਨਾ, ਪੁੰਨ, ਤੇ ਜੇ ਗੁਰੂ ਘਰ ਬੈਠਿਆਂ ਨੂੰ ਹਿਲਾ ਕੇ ਲੰਘੀ ਜਾਈਏ ਵਿੱਚ ਦੀ ਲੱਤਾਂ ਮਾਰ ਕੇ, ਤੇ ਫਿਰ ਪਾਪ ਵੀ ਸਿਰ ਚੜ੍ਹਦਾ। ਇਹ ਵੀ ਸੋਚ ਲਿਓ ਗੱਲ। ਆਪਾਂ ਪਾਪ ਸਿਰ ਚੜਾਉਣਾ ਕਿ ਪੁੰਨ ਬਣਾਉਣੇ ਨੇ, ਇਹ ਆਪਾਂ ਸੋਚਿਓ ਹੁਣ। ਮਹਾਰਾਜ ਕਹਿੰਦੇ ਜਿਨ੍ਹਾਂ ਦੀ ਪ੍ਰੀਤ ਬਣ ਜੇ ਨਾ ਭਾਈ, ਮੂਲ ਲਾਲਣ ਸਿਓ ਪ੍ਰੀਤ ਬਣੀ, ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ। ਉਹ ਕਿਤੇ ਏਦਾਂ ਟੁੱਟਦੇ ਨੇ, ਰੱਤੇ ਸਹੀ ਜੇ ਮੁਖ ਨਾ ਮੁੜਨ। ਜਿਹੜੇ ਰੰਗੇ ਜਾਂਦੇ ਨੇ, ਮਹਾਂਪੁਰਸ਼ਾਂ ਦੀ ਯਾਦ 'ਚ ਬੈਠੇ ਹੋ ਜਿੱਥੋਂ ਮੈਂ ਸ਼ੁਰੂ ਕੀਤੀ ਸੀ ਗੱਲ। ਜਿਹੜੇ ਰੰਗੇ ਜਾਂਦੇ ਨੇ, ਸਤਿਗੁਰੂ ਕਹਿੰਦੇ ਰੱਤੇ ਸਹੀ ਜੇ ਮੁਖ ਨਾ ਮੁੜਨ, ਜਿੰਨੀ ਸਜਾਤਾ ਸਾਈਂ। ਜਿਨ੍ਹਾਂ ਨੂੰ ਇੱਥੇ ਬੈਠਿਆਂ ਨੂੰ ਦਰਸ਼ਨ ਹੋ ਗਏ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਨ੍ਹਾਂ ਨੂੰ ਗੁਰੂ ਦੇ ਚਰਨਾਂ 'ਚ ਬੈਠਿਆਂ ਨੂੰ ਦਰਸ਼ਨ ਹੋ ਗਏ ਨਾ, ਜਿਨ੍ਹਾਂ ਨੇ ਸਿਆਣ ਲਿਆ ਵੀ ਅੱਜ ਗੁਰੂ ਸਾਹਿਬ ਸਾਡੇ ਵਿੱਚ ਹੀ ਬੈਠੇ ਨੇ, ਲਾਹਾ ਲੈ ਲਓ। ਅੱਜ ਬਾਜਾਂ ਵਾਲਾ ਸਾਡੇ ਵਿੱਚ ਹੀ ਬੈਠਾ, ਲਾਹਾ ਲੈ ਲਓ। ਅੱਜ ਗੁਰੂ ਗ੍ਰੰਥ ਸਾਹਿਬ ਸਾਡੇ ਵਿੱਚ ਬੈਠੇ ਨੇ, ਲਾਹਾ ਲੈ ਲਓ, ਕਿਤੇ ਸਮਾਂ ਬੀਤ ਨਾ ਜਾਵੇ। ਉਹ ਮੇਰੇ ਮਹਾਰਾਜ ਕਹਿੰਦੇ ਫਿਰ ਜਿਹੜੇ ਏਦਾਂ ਬੈਠਦੇ ਨੇ ਨਾ ਭਾਈ, ਮੈਂ ਮਹਾਂਪੁਰਸ਼ਾਂ ਦੀ ਗੱਲ ਕੀਤੀ ਵੀ ਮਹਾਂਪੁਰਸ਼ ਬੈਠੇ, ਉਹਨਾਂ ਦੇ ਮਨ ਦੇ ਵਿੱਚ ਪ੍ਰੇਮ ਬਣਿਆ ਹੋਇਆ ਸੀ। ਸਾਡਾ ਕਿਉਂ ਨਹੀਂ ਪ੍ਰੇਮ ਬਣਦਾ? ਕਿਉਂਕਿ ਸਾਡੇ ਤੇ ਗੁਰੂ ਦੀ ਕਿਰਪਾ ਨਹੀਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜੇ ਸਾਡੇ ਤੇ ਗੁਰੂ ਦੀ ਕਿਰਪਾ ਹੋ ਜੇ ਨਾ ਪਿਆਰਿਓ, ਸਾਡੇ ਤੇ ਗੁਰੂ ਦੀ ਬਖਸ਼ਿਸ਼ ਹੋ ਜੇ, ਤੇ ਮਨ ਕਿਤੇ ਪਾਸੇ ਨਹੀਂ ਭੱਜਦਾ। ਫਿਰ ਤੇ ਮਨ ਇੰਨਾ ਡੋਲ ਹੋ ਜਾਂਦਾ। ਮਹਾਂਪੁਰਸ਼ ਪੜ੍ਹਦੇ ਹੁੰਦੇ ਸੀ, ਹਰਦਮ ਰਹਿੰਦੀ ਦਿਲ ਵਿੱਚ ਵੱਜਦੀ ਤੇਰੀ ਤਾਰ ਦਾਤਿਆ। 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 ਜੀ ਮੈਂ ਰੋਜ਼ ਔਸੀਆਂ ਪਾਵਾਂ ਤੈਨੂੰ, ਰੁੱਸੇ ਨੂੰ ਆਪ ਮਨਾਵਾਂ। ਰੋਜ਼ ਔਸੀਆਂ ਪਾਵਾਂ ਤੈਨੂੰ,
ਰੁੱਸੇ ਨੂੰ ਕਿਵੇਂ ਮਨਾਵਾ ਮੈਂ ਤਾਂ ਰੋਜ਼ ਔਸੀਆਂ ਪਾਵਾ ਤੈਨੂੰ ਰੁੱਸੇ ਨੂੰ ਕਿਵੇਂ ਮਨਾਵਾ ਮੈਂ ਤਾਂ ਰੋਜ਼ ਔਸੀਆਂ ਪਾਵਾ ਮੈਂ ਰੁੱਸੇ ਨੂੰ ਕਿਵੇਂ ਮਨਾਵਾ ਮੈਂ ਤਾਂ ਰੋਜ਼ ਔਸੀਆਂ ਪਾਵਾ ਤੈਨੂੰ ਰੁੱਸੇ ਨੂੰ ਕਿਵੇਂ ਮਨਾਵਾ ਜੀ ਮੈਂ ਦਰ ਤੇਰੇ ਤੇ ਆਵਾਂ ਜੀ ਮੈਂ ਦਰ ਤੇਰੇ ਤੇ ਆਵਾਂ ਦੇ ਦੀਦਾਰ ਮਾਲਕਾ ਹਰਦਮ ਰਹਿੰਦੀ ਦਿਲ ਵਿੱਚ ਵੱਜਦੀ ਤੇਰੀ ਤਾਰ 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 ਮਾਲਕਾ ਕਿੱਥੇ ਤੁਰ ਗਿਆ ਪ੍ਰੀਤਾਂ ਪਾ ਕੇ ਮੈਨੂੰ ਰੋਗ ਪ੍ਰੇਮ ਦਾ ਲਾਗੇ ਤੁਰ ਗਿਆ ਪ੍ਰੀਤਾਂ ਪਾ ਕੇ ਰੋਗ ਪ੍ਰੇਮ ਦਾ ਲਾਗੇ ਤੁਰ ਗਿਆ ਪ੍ਰੀਤਾਂ ਪਾ ਕੇ ਮੈਨੂੰ ਰੋਗ ਪ੍ਰੇਮ ਦਾ ਲਾਗੇ ਕਿੱਥੇ ਤੁਰ ਗਿਆ ਪ੍ਰੀਤਾਂ ਪਾ ਕੇ ਮੈਨੂੰ ਰੋਗ ਪ੍ਰੇਮ ਦਾ ਲਾਗੇ ਕਿੱਥੇ ਤੁਰ ਗਿਆ ਪ੍ਰੀਤਾਂ ਪਾ ਕੇ ਮੈਨੂੰ ਰੋਗ ਪ੍ਰੇਮ ਦਾ ਲਾਗੇ ਕਿੱਥੇ ਤੁਰ ਗਿਆ ਪ੍ਰੀਤਾਂ ਪਾ ਕੇ ਮੈਨੂੰ ਰੋਗ ਪ੍ਰੇਮ ਦਾ ਲਾਗੇ ਜੀ ਤੂੰ ਕਦੋਂ ਮਿਲੇਗਾ ਆ ਕੇ ਮੈਂ ਜਾਵਾਂ ਬਲਿਹਾਰ ਮਾਲਕਾ ਜੀ ਤੂੰ ਕਦੋਂ ਮਿਲੇਗਾ ਆ ਕੇ ਜਾਵਾਂ ਬਲਿਹਾਰ ਮਾਲਕਾ ਜੀ ਤੂੰ ਕਦੋਂ ਮਿਲੇਗਾ ਆ ਕੇ ਜਾਵਾਂ ਬਲਿਹਾਰ ਦਾਤਿਆ ਜੀ ਤੂੰ ਕਦੋਂ ਮਿਲੇਗਾ ਆ ਕੇ ਹਾਰ ਮਾਲਕਾ ਜੀ ਤੂੰ ਕਦੋਂ ਮਿਲੇਗਾ ਆ ਕੇ ਮੈਂ ਜਾਵਾਂ ਬਲਿਹਾਰ ਹਾਰ ਦਾਤਿਆ ਜੀ ਤੂੰ ਕਦੋਂ ਮਿਲੇਗਾ ਆ ਕੇ ਜਾਵਾਂ ਬਲਿਹਾਰ ਦਾਤਿਆ ਵਾਹ ਵਾਹ ਹਰਦਮ ਰਹਿੰਦੀ ਦਿਲ ਵਿੱਚ ਵੱਜਦੀ ਤੇਰੀ ਤਾਰ ਮਾਲਕਾ ਉਹਨਾਂ ਨੂੰ ਕਿਤੇ ਭੁੱਲਦਾ ਆ ਗੁਰੂ ਆ ਆਪਾਂ ਤਾਂ ਕਹਿੰਦੇ ਆ ਜੀ ਮੈਨੂੰ ਗੁਰੂ ਭੁੱਲ ਗਿਆ ਮੈਨੂੰ ਗੁਰਦੁਆਰਾ ਭੁੱਲ ਗਿਆ ਉਹ ਸਿੱਖੋ ਮਨ ਚ ਵਸਾ ਲਿਓ ਜਿਹਨੂੰ ਗੁਰੂ ਭੁੱਲਦਾ ਉਹਦੇ ਪੱਲੇ ਡੱਕਾ ਨਹੀਂ ਰਹਿੰਦਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਜਿਹਨੂੰ ਗੁਰੂ ਭੁੱਲਦਾ ਨਾ ਕੋਈ ਆਪਣੀ ਖਾਤਰ ਮਾੜਾ ਜਿਹਾ ਕੋਈ ਕੰਮ ਕਰ ਦੇਵੇ ਆਪਾਂ ਸਾਰੀ ਜ਼ਿੰਦਗੀ ਨਹੀਂ ਭੁੱਲਦੇ ਕੋਈ ਆਪਣੇ ਬੱਚੇ ਨੂੰ ਰਿਸ਼ਤਾ ਕਰਾ ਦੇਵੇ ਆਪਾਂ ਸਾਰੀ ਜ਼ਿੰਦਗੀ ਵਿਚੋਲੇ ਨੂੰ ਨਹੀਂ ਭੁੱਲਦੇ ਵੀ ਸਾਡੇ ਬੱਚੇ ਨੂੰ ਰਿਸ਼ਤਾ ਕਰਾਇਆ ਸੀ ਕੋਈ ਥੋੜੀ ਜਿਹੀ ਆਪਣੀ ਮਦਦ ਕਰ ਦੇਵੇ ਸਾਰੀ ਜ਼ਿੰਦਗੀ ਨਹੀਂ ਭੁੱਲਦੇ ਓਏ ਕਰਮਾ ਮਾਰਿਓ ਜਿਹੜਾ ਆਪਣੀ ਖਾਤਰ ਸੂਲਾਂ ਤੇ ਹੀ ਸੌ ਗਿਆ ਉਹਨੂੰ ਆਪਾਂ ਭੁੱਲ ਕਿਵੇਂ ਗਏ ਜਿਹੜਾ ਆਪਣੀ ਖਾਤਰ ਕੰਡਿਆਂ ਤੇ ਹੀ ਸੌ ਗਏ ਜਿਹੜੇ ਆਪਣੀ ਖਾਤਰ ਬੱਚਿਆਂ ਨੂੰ ਕੋਹ ਕੇ ਸ਼ਹੀਦੀ ਕਰਵਾ ਗਏ ਤੇ ਆਪਾਂ ਕਿਵੇਂ ਮੂੰਹ ਚੱਕ ਕੇ ਫਿਰਦੇ ਆਂ ਜੀ ਅੰਮ੍ਰਿਤ ਨਹੀਂ ਛਕਣਾ ਮਨ ਸਾਫ਼ ਹੋਣਾ ਚਾਹੀਦਾ ਕਿਵੇਂ ਮੂੰਹ ਚੱਕੀ ਫਿਰਦੇ ਹੋ ਆ ਕਈਆਂ ਨੂੰ ਪੁੱਛ ਲਓ ਕਹਿੰਦਾ ਜੀ ਅੰਮ੍ਰਿਤ ਛਕ ਲਓ ਬਾਬਾ ਜੀ ਮਨ ਸਾਫ਼ ਹੋਣਾ ਚਾਹੀਦਾ ਵੀ ਦੱਸੋ ਕਿਹੜਾ ਐਕਸਰਾ ਇਹਨਾਂ ਦੇ ਮਨ ਦਾ ਲਾਈਏ ਵੀ ਸਾਫ਼ ਹੈ ਕਿ ਮਿਲਣਾ ਇਹ ਮੂੰਹ ਚੱਕ ਕੇ ਤੁਰੇ ਫਿਰਦੇ ਨੇ ਕਹਿੰਦੇ ਜੀ ਮਨ ਸਾਫ਼ ਹੋਣਾ ਚਾਹੀਦਾ ਇਹਨਾਂ ਨੂੰ ਕੋਈ ਪੁੱਛੇ ਓਏ ਜਿਹੜੇ ਕਲਗੀਆਂ ਵਾਲੇ ਮਾਛੀਵਾੜੇ ਦੇ ਜੰਗਲਾਂ ਨੂੰ ਯਾਦ ਕਰਕੇ ਦੇਖ ਓਏ ਕੰਡਿਆਂ ਤੇ ਤੁਰੇ ਸੀ ਤੇਰੀ ਖਾਤਰ ਬੇਸ਼ਰਮਾ ਤੂੰ ਹਜੇ ਕਹਿੰਦਾ ਮੇਰਾ ਮਨ ਸਾਫ਼ ਹੋਣਾ ਚਾਹੀਦਾ ਤੈਨੂੰ ਹਜੇ ਸ਼ਰਮ ਨਾ ਆਈ ਤੇਰੇ ਹਜੇ ਨਾ ਮਨ ਚ ਆਇਆ ਵੀ ਮੈਂ ਗੁਰੂ ਨੂੰ ਭੁਲਾਈ ਫਿਰਦਾ ਪਿਆਰਿਓ ਜਿਨ੍ਹਾਂ ਦੀ ਪ੍ਰੀਤ ਬਣ ਜੇ ਨਾ ਮੈਂ ਬੇਨਤੀ ਕਰ ਰਿਹਾ ਸੀ ਤੁਹਾਨੂੰ ਜਿਨ੍ਹਾਂ ਦੀ ਪ੍ਰੀਤ ਬਣ ਜੇ ਮਹਾਰਾਜ ਕਹਿੰਦੇ ਰੱਤੇ ਸਈ ਜੇ ਮੁਖ ਨਾ ਉਹ ਕਦੇ ਮੁਖੜਾ ਨਹੀਂ ਮੋੜਦੇ ਤੇ ਮਹਾਰਾਜ ਜੀ ਦੇ ਚਰਨਾਂ 'ਚ ਆ ਕੇ ਨਾ ਉਹ ਤਾਂ ਇਦਾਂ ਬਹਿ ਜਾਂਦੇ ਸਮਾਧੀਆਂ ਲਾ ਕੇ ਜਿੱਥੋਂ ਆਪਣੀ ਗੱਲ ਸ਼ੁਰੂ ਹੋਈ ਸੀ ਮੈਂ ਉੱਥੇ ਹੀ ਮੋੜ ਕੇ ਗੱਲ ਲਿਆਉਣੀ ਹੈ ਜਿੱਥੋਂ ਗੱਲ ਸ਼ੁਰੂ ਹੋਈ ਸੀ 15-20 ਮਿੰਟ ਹੋਰ ਹਾਜ਼ਰੀ ਭਰਨੀ ਜਿਨ੍ਹਾਂ ਦੇ ਅੰਦਰ ਪ੍ਰੇਮ ਹੈ
ਹੁਣ ਸੁਣਿਓ ਪ੍ਰੇਮ ਵਾਲੇ ਹਿਰਦੇ ਕਿਹੋ ਜਿਹੇ ਹੁੰਦੇ ਨੇ। ਮੈਂ ਇਤਿਹਾਸ ਚੋਂ ਬੋਲਣ ਲੱਗਾ ਇੱਕ ਗੱਲ ਸਮਝਣ ਵਾਸਤੇ। ਜਿਨ੍ਹਾਂ ਦੇ ਅੰਦਰ ਪ੍ਰੇਮ ਹੈ, ਮਹਾਰਾਜ ਜੀ ਦੀ ਬਾਣੀ 'ਚ ਇੱਕ ਸ਼ਬਦ ਆਇਆ ਹੈ, ਤੁਸੀਂ ਸੁਣਿਆ ਹੋਊਗਾ ਸਾਰਿਆਂ ਨੇ। ਮਹਾਰਾਜ ਜੀ ਕਹਿੰਦੇ ਕੱਚੋ ਹੋ ਕਾਂਚਨ ਭਇਓ, ਸ਼ਬਦ ਗੁਰ ਸਰਵਣੇ ਸੁਣਿਓ। ਧਿਆਨ ਦਿਓ ਫੇਰ ਇਧਰਲੇ ਪਾਸੇ, ਤੁਹਾਡੇ ਸਮਝ ਪੈ ਜੇ ਗੱਲ। ਮੈਂ ਤਾਂ ਬੇਨਤੀ ਬਾਰ-ਬਾਰ ਕਰਦਾ। ਮਹਾਰਾਜ ਜੀ ਕਹਿੰਦੇ ਕੱਚੋ ਕਾਂਚਨ ਭਇਓ, ਸ਼ਬਦ ਗੁਰ ਸਰਵਣੇ ਸੁਣਿਓ। ਬਿਖ ਤੇ ਅੰਮ੍ਰਿਤ ਹੋਇਓ, ਨਾਮ ਅੰਮ੍ਰਿਤ ਮੁਖ ਭਣਿਓ। ਜਿਹੜੇ ਇੱਥੇ ਸ਼ਰਧਾ ਨਾਲ ਸਮਾਧੀਆਂ ਲਾ ਕੇ ਬੈਠੇ, ਸੁਣਿਓ ਕੀ ਹੁੰਦਾ ਉਹਨਾਂ ਨੂੰ, ਸੁਣ ਲਿਓ ਧਿਆਨ ਨਾਲ। ਇੱਕ ਰੂੜੀ ਤੇ ਪਿਆ ਕੱਚ ਹੈ, ਕੱਚ ਦਾ ਟੁਕੜਾ ਹੈ, ਉਹ ਰੂੜੀ ਤੇ ਪਿਆ, ਕੂੜੇ ਦੇ ਢੇਰ ਤੇ ਪਿਆ, ਕੱਚ ਦਾ ਟੁਕੜਾ, ਉਹਦਾ ਕੋਈ ਮੁੱਲ ਨਹੀਂ। ਅਗਲਾ ਕਹਿੰਦਾ ਕਵਾੜ ਪਿਆ, ਆਪਣੇ ਘਰਾਂ 'ਚ ਕਵਾੜ ਪਿਆ, ਆਪਾਂ ਚੱਕ ਕੇ ਵੇਚ ਦਿੰਦੇ ਵੀ ਕਵਾੜ ਲੈ ਜਾਓ ਜੀ। ਕਵਾੜ ਦਾ ਕੀ ਹੈ? ਕਵਾੜ ਤੇ ਰੱਖਣਾ ਹੀ ਨਹੀਂ ਚਾਹੀਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇੱਕ ਰੂੜੀ ਤੇ ਕੱਚ ਪਿਆ, ਰੂੜੀ ਤੇ ਕੀ ਮੁੱਲ ਹੈ ਭਾਈ ਉਹ ਕੱਚ ਦਾ, ਦੱਸੋ? ਕੋਈ ਵੇਂਦਾ ਹੈ ਉਹਦੇ ਵੱਲ? ਕੋਈ ਝਾਕਦਾ ਹੈ ਉਸ ਕੱਚ ਵੱਲ? ਕੋਈ ਉਸ ਕੱਚ ਨੂੰ ਮੱਥਾ ਟੇਕਦਾ ਹੈ? ਕੋਈ ਉਸ ਕੱਚ ਨੂੰ ਚੁੱਕ ਕੇ ਮੱਥੇ ਨਾਲ ਲਾਉਂਦਾ? ਕੱਚ ਪਿਆ, ਕੋਈ ਨਹੀਂ ਦੇਖਦਾ ਉਹਦੇ ਵੱਲ, ਮਿੱਟੀ ਹੈ। ਕਹਿੰਦੇ ਉੱਥੋਂ ਦੀ ਲੰਘੇ ਸਤਿਗੁਰੂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਉੱਥੋਂ ਦੀ ਲੰਘੇ ਸਤਿਗੁਰੂ। ਇੱਕ ਗੁਰੂ ਹੈ, ਇੱਕ ਸਤਿਗੁਰੂ ਹੈ, ਨੋਟ ਕਰਿਓ। ਇੱਕ ਗੁਰੂ ਹੁੰਦਾ ਹੈ, ਇੱਕ ਸਤਿਗੁਰੂ ਹੁੰਦਾ ਹੈ। ਸਤਿਗੁਰੂ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਨੇ ਸਾਡੇ ਦਸੇ ਪਾਤਸ਼ਾਹੀਆਂ, ਸਤਿਗੁਰੂ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਮੀਰੀ ਪੀਰੀ ਦੇ ਮਾਲਕ, ਉਹ ਸਤਿਗੁਰੂ ਨੇ। ਕਹਿੰਦੇ ਜੇ ਹੁਣ ਕੱਚ ਦਾ ਟੁਕੜਾ ਪਿਆ, ਲੋਕ ਲੰਘੀ ਜਾਂਦੇ ਨੇ, ਕਿਸੇ ਨੇ ਨਹੀਂ ਦੇਖਿਆ ਵੀ ਕੀ ਹੈ। ਜੇ ਕਿਤੇ ਉੱਥੋਂ ਦੀ ਸਤਿਗੁਰੂ ਲੰਘ ਜਾਣ ਤੇ ਸਤਿਗੁਰੂ ਦੀ ਐ ਨਿਗਾਹ ਪੈ ਜੇ ਵੀ ਆ ਕੱਚ ਦਾ ਟੁਕੜਾ ਪਿਆ, ਨਿਗਾਹ, ਸਿਰਫ ਨਿਗਾਹ ਪੈ ਜੇ, ਬੁਲਾਉਣ ਨਾ, ਉਹਨੂੰ ਕੁਝ ਕਹਿਣ ਨਾ, ਉਹਨੂੰ ਚੱਕਣ ਨਾ, ਆ ਕਰਮਾਂ ਵਾਲਿਓ ਹੈਰਾਨੀ ਹੋ ਜੂ ਤੁਹਾਨੂੰ। ਤੁਹਾਡਾ ਮਨ ਪਿਆਰ ਨਾਲ ਭਰ ਜਾਊਗਾ ਪਿਆਰ। ਕਹਿੰਦੇ ਜਦੋਂ ਸਤਿਗੁਰ ਦੀ ਨਿਗਾਹ ਪੈ ਗਈ ਨਾ, ਮੈਂ ਗਲੀਆਂ ਦਾ ਰੂੜਾ ਕੂੜਾ ਮੇਰੇ ਮਾਲਕ ਦੇ ਨਜ਼ਰੀ ਆਇਆ। ਮੈਂ ਗਲੀਆਂ ਦਾ ਰੂੜਾ ਕੂੜਾ ਮਾਲਕ ਨਜ਼ਰੀ ਆਇਆ। ਮਾਲਕ ਐਸੀ ਕਿਰਪਾ ਕੀਤੀ, ਉਹਨੇ ਚੱਕ ਸਮਾਨ ਪਹੁੰਚਾਇਆ। ਉਹ ਇੱਕ ਗਲੀਆਂ ਦਾ ਰੂੜਾ ਕੂੜਾ, ਨਾ ਕਿਸੇ ਦੀ ਨਿਗਾਹ 'ਚ, ਨਾ ਕੋਈ ਜਾਣੇ ਨਾ ਕੋਈ ਪਛਾਣੇ। ਆ ਸਾਡਾ ਜੀਵਨ ਕਿਹੋ ਜਿਹਾ ਸੀ ਪਿਆਰਿਓ? ਅਸੀਂ ਇੱਥੇ ਬੈਠੇ ਹੋਣਾ ਸੀ ਤੁਹਾਡੇ ਵਿੱਚ, ਜੇ ਸੰਤ ਬਾਬਾ ਪਾਲਾ ਸਿੰਘ ਜੀ ਮਹਾਰਾਜ ਵਰਗੇ ਸਾਧੂ ਨਾ ਮਿਲਦੇ, ਬੈਠੇ ਹੋਣਾ ਸੀ। ਆ ਕਥਾ ਕੀਰਤਨ ਤੁਹਾਨੂੰ ਅਸੀਂ ਸੁਣਾ ਸਕਦੇ ਸੀ ਜੇ ਸਾਨੂੰ ਮਹਾਂਪੁਰਸ਼ ਨਾ ਮਿਲਦੇ। ਜੇ ਮਹਾਂਪੁਰਸ਼ਾਂ ਦੀ ਨਿਗਾਹ, ਸਤਿਪੁਰਸ਼ਾਂ ਦੀ, ਗੁਰੂ ਜੀ ਦੀ ਨਿਗਾਹ ਪੈ ਗਈ ਤੇ ਮਹਾਰਾਜ ਕਹਿੰਦੇ ਭਾਈ ਕੱਚੋ ਕਾਂਚਨ ਭਇਓ। ਆ ਜਿੰਨੇ ਤੁਸੀਂ ਬੈਠੇ ਹੋ ਨਾ, ਜਿਹਨੇ ਤੁਹਾਡੇ ਚੋਂ ਸ਼ਰਧਾ ਨਾ ਸੁਣਿਆ ਹੋਊਗਾ, ਉਹ ਪਿਆਰਿਓ ਕੱਚ ਤੋਂ ਐਨ ਇੱਕ ਲਾਲ ਬਣ ਜਾਊਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕੱਚੋ ਕਾਂਚਨ ਭਇਓ, ਸ਼ਬਦ ਗੁਰ ਸਰਵਣੇ ਸੁਣਿਓ। ਕੰਨਾਂ 'ਚ ਸ਼ਬਦ ਪਿਆ, ਕਥਾ ਸੁਣੀ, ਤੁਸੀਂ ਘਰੇ ਜਾ ਕੇ ਦੱਸੋਗੇ ਵੀ ਅੱਜ ਮੈਂ ਆਹ ਕਥਾ ਸੁਣ ਕੇ ਆਇਆ। ਮਹਾਰਾਜ ਕਹਿੰਦੇ ਜਿਹੜੇ ਕਥਾ ਸੁਣਦੇ ਨੇ ਨਾ, ਸ਼ਰਧਾ ਨਾ ਪਾਈ, ਪਿਆਰ ਨਾਲ ਬਹਿੰਦੇ ਨੇ, ਕੀ ਹੁੰਦਾ ਉਹਨਾਂ ਨੂੰ? ਪੜਿਓ ਪਿਆਰ ਨਾਲ। ਕੱਚੇ ਕੱਚ ਤੋਂ ਬਣ ਗਿਆ ਮੈਂ ਸੋਨਾ, ਸਾਧੂਆਂ ਦੇ ਲੜ ਲੱਗ ਕੇ। ਕੱਚੇ ਕੱਚ ਤੋਂ ਬਣ ਗਿਆ ਮੈਂ ਸੋਨਾ, ਸਾਧੂਆਂ ਦੇ ਲੜ ਲੱਗ ਕੇ। ਕੱਚੇ ਕੱਚ ਤੋਂ ਬਣ ਗਿਆ ਮੈਂ ਸੋਨਾ, ਸਾਧੂਆਂ ਦੇ ਲੜ
ਸੋਣਾ ਬਈ ਸਾਧੂਆਂ ਦੇ ਲੜ ਲੱਗ ਕੇ ਕੱਚੇ ਕੱਚ ਤੋਂ ਬਣ ਗਿਆ ਮੈਂ ਸੋਣਾ ਸਾਧੂਆਂ ਦੇ ਲੜ ਲੱਗ ਕੇ ਸਾਧੂਆਂ ਦੇ ਜੀ ਲੜ ਲੱਗ ਕੇ ਸਾਧੂਆਂ ਦੇ ਲੜ ਲੱਗ ਕੇ ਸਾਧੂਆਂ ਦੇ ਲੜ ਲੱਗ ਕੇ ਉਹ ਸਾਧੂਆਂ ਦੇ ਜੀ ਲੜ ਲੱਗ ਕੇ ਸਾਧੂਆਂ ਦੇ ਜੀ ਲੜ ਲੱਗ ਕੇ ਸਾਧੂਆਂ ਦੇ ਜੀ ਲੜ ਲੱਗ ਕੇ ਸਾਧੂਆਂ ਦੇ ਲੜ ਲੱਗ ਕੇ ਸਾਧੂਆਂ ਦੇ ਜੀ ਲੜ ਲੱਗ ਕੇ ਸਾਧੂਆਂ ਦੇ ਜੀ ਲੜ ਲੱਗ ਕੇ ਉਹ ਸਾਧੂਆਂ ਦੇ ਜੀ ਲੜ ਲੱਗ ਕੇ ਸਾਧੂਆਂ ਦੇ ਜੀ ਲੜ ਲੱਗ ਕੇ ਸਾਧੂਆਂ ਦੇ ਜੀ ਲੜ ਲੱਗ ਕੇ ਕੱਚੇ ਕੱਚ ਤੋਂ ਬਣ ਗਿਆ ਮੈਂ ਸੋਨਾ ਸਾਧੂਆਂ ਦੇ ਲੜ ਲੱਗ ਕੇ ਕੱਚੇ ਕੱਚ ਤੋਂ ਬਣ ਗਿਆ ਮੈਂ ਸੋਨਾ ਉਹ ਸਾਧੂਆਂ ਦੇ ਲੜ ਲੱਗ ਕੇ ਕੱਚੇ ਕੱਚ ਤੋਂ ਬਣ ਗਿਆ ਮੈਂ ਸੋਹਣਾ ਸਾਧੂਆਂ ਦੇ ਲੜ ਲੱਗ ਕੇ ਕੱਚੇ ਕੱਚ ਤੋਂ ਬਣ ਗਿਆ ਮੈਂ ਸੋਹਣਾ ਸਾਧੂਆਂ ਦੇ ਲੜ ਲੱਗ ਕੇ ਚੰਦਨ ਕਾ ਵਰਵਾ ਪਲਾ ਉਹ ਬੇੜੋ ਤਾਕ ਪਲਾਸ ਓਏ ਵੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਮਹਾਰਾਜ ਕਹਿੰਦੇ ਭਾਈ ਕੱਚੇ ਕੱਚ ਤੋਂ ਸੋਨਾ ਬਣਾਤਾ ਸੋਨਾ ਕੱਚੋ ਕਾਂਚਨ ਭਇਓ ਸ਼ਬਦ ਗੁਰ ਸਰਬਣੈ ਸੁਣੋ ਮੈਂ ਤਾਂ ਇੱਥੋਂ ਸ਼ੁਰੂ ਕੀਤੀ ਬੇਨਤੀ ਜਿਹੜੇ ਸ਼ਰਧਾ ਨਾਲ ਬਹਿੰਦੇ ਨੇ ਨਾ ਦਰਬਾਰ 'ਚ ਸ਼ਰਧਾ ਨਾਲ ਹੁਣ ਗਰਮੀ ਦੇਖੋ ਕਿੰਨੀ ਹੈ ਤੁਸੀਂ ਕਿੰਨੇ ਪਿਆਰ ਨਾਲ ਬੈਠੇ ਹੋ ਆ ਮੇਰੀਆਂ ਭੈਣਾਂ ਮਾਵਾਂ ਕਿੰਨੇ ਪਿਆਰ ਨਾਲ ਬੈਠੀਆਂ ਦੇਖੋ ਕੋਈ ਹਿਲਜੁਲ ਨਹੀਂ ਜਦੋਂ ਸਤਿਗੁਰ ਦੇ ਚਰਨਾਂ 'ਚ ਬੈਠੀਏ ਤੇ ਅਰਦਾਸ ਕਰਿਆ ਕਰੋ ਕਿਤੇ ਬੈਠੇ ਬੈਠਿਆਂ ਤੇ ਮਹਾਰਾਜ ਦੀ ਨਿਗਾਹ ਪੈ ਜੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਗੱਲ ਯਾਦ ਰੱਖਿਓ ਸੰਗ ਤੇ ਸਾਰੇ ਸੁਣ ਲਿਓ ਧਿਆਨ ਨਾਲ ਜਿਹਨੂੰ ਡਾਕਟਰ ਜਵਾਬ ਦੇ ਜੇ ਮੈਡੀਕਲ ਸਾਇੰਸ ਜਵਾਬ ਦੇ ਦੇ ਹਸਪੀਟਲ ਜਵਾਬ ਦੇ ਜਾਣ ਵੈਦ ਜਵਾਬ ਦੇ ਜਾਣ ਸੰਗਤ ਬੈਠੇ ਸੰਗਤ ਵਿੱਚ ਬੈਠੇ ਤੇ ਗੁਰੂਆਂ ਦੀ ਮਹਾਂਪੁਰਸ਼ਾਂ ਦੀ ਨਿਗਾਹ ਪੈ ਜੇ ਤੇ ਦੁੱਖ ਸੰਗਤ 'ਚ ਬੈਠਿਆਂ ਤੇ ਹੀ ਕੱਟਿਆ ਜਾਂਦਾ ਸੰਗਤ 'ਚ ਬੈਠਿਆਂ ਤੇ ਇਹ ਬਿਲਕੁਲ ਕਲੀਅਰ ਹੈ ਇਸ ਗੱਲ ਨੂੰ ਕਲੈਰੀਫਿਕੇਸ਼ਨ ਦੀ ਲੋੜ ਨਹੀਂ ਪੈਣੀ ਸੰਗਤ ਵਿੱਚ ਬੈਠਿਆਂ ਦੇ ਲੱਖਾਂ ਦੁੱਖ ਕੱਟੇ ਜਾਂਦੇ ਐ ਸੁਣ ਲਿਓ ਕਿਵੇਂ ਕੱਟੇ ਜਾਂਦੇ ਪੱਟੀ ਦੇ ਵਿੱਚ ਨਾ ਇੱਕ ਚੌਧਰੀ ਰਹਿੰਦਾ ਲੰਗਾਹਾ ਇਤਿਹਾਸ 'ਚ ਬੜਾ ਨਾਂ ਆਉਂਦਾ ਭਾਈ ਲੰਗਾਹਾ ਜੀ ਜਿਹੜਾ ਲੰਗਾਹਾ ਚੌਧਰੀ ਹੈ ਨਾ ਬੜਾ ਅਮੀਰ ਹੈ ਪੈਸਾ ਬਹੁਤ ਹੈ ਜ਼ਮੀਨ ਬਹੁਤ ਹੈ ਜਾਇਦਾਦ ਬਹੁਤ ਹੈ ਪਰ ਇੱਕ ਕੁਦਰਤ ਦਾ ਸਿਧਾਂਤ ਹੈ ਜਦੋਂ ਪੈਸਾ ਬਾਹਲਾ ਆ ਜੇ ਨਾ ਤੇ ਮੱਤ ਖੋਟੀ ਹੋ ਜਾਂਦੀ ਕੁਦਰਤੀ ਗੱਲ ਮਹਾਰਾਜ ਬਾਣੀ 'ਚ ਕਹਿੰਦੇ ਮਾਇਆ ਧਾਰੀ ਅਤ ਅੰਨਾ ਬੋਲਾ ਜਿਹਦੇ ਕੋਲੇ ਇਹ ਨਹੀਂ ਵੀ ਸਾਰੇ ਮਾਇਆ ਵਾਲੇ ਕਈ ਏਦਾਂ ਦੇ ਵੀ ਨੇ ਮਾਇਆ ਵੀ ਬਹੁਤ ਹੈ ਤੇ ਨਿਮਰਤਾ ਵੀ ਬਹੁਤ ਹੈ ਏਦਾਂ ਦੇ ਵੀ ਨੇ ਕਈ ਏਦਾਂ ਦੇ ਵੀ ਨੇ ਪੈਸਾ ਵੀ ਬਹੁਤ ਹੈ ਪਰ ਪਿਆਰ ਵੀ ਬਹੁਤ ਹੈ ਪਰ ਜਦੋਂ ਮਾਇਆ ਆਉਂਦੀ ਹੈ ਨਾ ਪਿਆਰਿਓ ਧੱਕਾ ਦੇ ਕੇ ਸਾਡੇ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਕਹਿੰਦੇ ਮਾਇਆ ਮੱਤ ਮਾਰ ਦਿੰਦੀ ਹੈ ਮੱਤ ਉਹ ਧਾਰਨਾ ਵੀ ਪੜ੍ਹਦੇ ਹੁੰਦੇ ਸੀ ਮਾਇਆ ਨੇ ਇੰਨੀ ਮੱਤ ਹੁਣ ਮਾਇਆ ਨੇ ਮੱਤ ਹੀ ਮਾਰੀ ਹੈ ਪੈਸੇ ਦੇ ਕੇ 25-25 ਲੱਖ ਰੁਪਈਆ ਦੇ ਕੇ 30-30 ਲੱਖ ਰੁਪਈਆ ਦੇ ਕੇ
ਨਕਲੀ ਆਨੰਦ ਕਰਕੇ ਬੱਚਿਆਂ ਨੂੰ ਕੈਨੇਡਾ ਭੇਜਦੇ ਨੇ ਗੁਰਸਿੱਖ ਲੋਕ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਮੱਤ ਵੱਜੀ ਨਹੀਂ ਤੇ ਦੱਸ ਦਿਓ ਕੀ ਹੈ, ਮੈਨੂੰ ਜਵਾਬ ਦੇ ਦਿਓ। ਤੁਸੀਂ ਇੰਨੀ ਸੰਗਤ ਬੈਠੇ ਹੋ, ਸਿੱਖ ਬੈਠੇ ਹੋ, 25-25 ਲੱਖ ਰੁਪਈਆ ਦਿੰਦੇ ਨੇ ਤੇ ਜਦੋਂ ਆਨੰਦ ਕਰਦੇ ਨੇ ਤੇ ਬਾਬਾ ਜੀ ਨੂੰ ਕਹਿੰਦੇ ਲਾਵਾਂ ਪੜੋ ਬਾਬਾ ਜੀ। ਲਾਵਾਂ ਪੜਦਾ ਬਾਬਾ ਜੀ ਅਸਲੀ, ਦੇਗ ਬਣਾਉਂਦੇ ਨੇ ਬਾਬਾ ਜੀ ਅਸਲੀ, ਗੁਰੂ ਸਾਹਿਬ ਦੇ ਉੱਪਰ ਦੀ ਪ੍ਰਕਰਮਾਂ ਹੁੰਦੀਆਂ ਨੇ ਅਸਲੀ, ਤੇ ਸੈਨ ਹੱਥਾਂ ਨਾਲ ਕਰਦਾ, ਤੇਰੇ ਹੱਥ ਵੱਢੇ ਜਾਣ ਉਹਨਾਂ ਨਾਲ ਸੈਨ ਕਰਦਾ ਅਸਲੀ। ਤੇ ਜਦੋਂ ਗੁਰਦੁਆਰੇ ਚੋਂ ਬਾਹਰ ਨਿਕਲਦਾ ਕਹਿੰਦਾ ਸਾਡਾ ਵਿਆਹ ਤੇ ਫਰਜ਼ੀ ਹੈ, ਨਕਲੀ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। 6000 ਨਕਲੀ ਆਨੰਦ ਕਾਰਜ ਨਿਕਲੇ, 6000। ਆ ਪਿਛਲੇ ਦਿਨਾਂ 'ਚ ਨਾ ਜਦੋਂ ਲਵਪ੍ਰੀਤ ਵਾਲਾ ਕੇਸ ਹੋਇਆ ਆਮ ਬਰਨਾਲੇ ਵੱਲ, ਲਵਪ੍ਰੀਤ ਵਾਲਾ ਕੇਸ ਤੁਸੀਂ ਸਾਰੇ ਜਾਣਦੇ ਹੋ, ਉਦੋਂ ਉਹ ਲਵਪ੍ਰੀਤ ਵਾਲੇ ਕੇਸ ਨੇ ਜਦੋਂ ਸਾਰੇ ਕੇਸ ਉੱਪਰ ਉੱਠੇ ਤੇ ਇੱਕ ਸਰਵੇ ਹੋਇਆ ਪੰਜਾਬ 'ਚ, ਤਕਰੀਬਨ 6000 ਤੋਂ ਉੱਤੇ ਨਕਲੀ ਆਨੰਦ ਕਰਾਏ ਗਏ ਆ। ਆ ਜਲੰਧਰ ਦੇ ਕੋਲੇ ਇੱਕ ਗੁਰਦੁਆਰਾ ਨਕਲੀ ਬਣਾਇਆ ਉਹਨਾਂ ਨੇ, ਜਿੱਥੇ ਸਿਰਫ ਨਕਲੀ ਆਨੰਦ ਹੁੰਦੇ ਸੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਕਹਿੰਦਾ ਵੀ ਆਪਾਂ ਭਰਨਾ ਕਿੱਥੇ ਆ ਸਿੱਖਾਂ ਨੇ, ਆਪਾਂ ਕਿਹੜੇ ਗੁਰੂ ਨੂੰ ਮੂੰਹ ਦਿਖਾਵਾਂਗੇ ਭਾਈ। ਜੇ ਮੈਂ ਗਲਤ ਹੋਇਆ ਮੈਨੂੰ ਮਾਫ ਕਰ ਦਿਓ, ਮਨਾਂ 'ਚ ਝਾਤੀ ਮਾਰ ਲਿਓ। ਸਾਡੇ ਮਹਾਂਪੁਰਸ਼ ਕੜਿਆਲ ਵਾਲੇ ਪੜ੍ਹਦੇ ਹੁੰਦੇ ਸੀ, ਉਹ ਕਹਿੰਦੇ ਏਡੀ ਕਲਯੁਗ ਦੀ ਗੱਲ, ਐਡਾ ਸਮਾਂ ਕਲਯੁਗ ਦਾ, ਇਹ ਮਾਇਆ ਨੇ ਮੱਤ ਮਾਰੀ ਦੁਨੀਆ ਧਰਮ ਭੁੱਲ ਗਈ, ਮਾਇਆ ਨੇ ਮੱਤ ਮਾਰੀ ਦੁਨੀਆ ਧਰਮ ਭੁੱਲ ਗਈ, ਇਹ ਮਾਇਆ ਨੇ ਮੱਤ ਮਾਰੀ ਦੁਨੀਆ ਧਰਮ ਭੁੱਲ ਗਈ, ਮਾਇਆ ਨੇ ਮੱਤ ਮਾਰੀ ਦੁਨੀਆ ਧਰਮ ਭੁੱਲ ਗਈ, ਮਾਇਆ ਨੇ ਮੱਤ ਮਾਰੀ ਦੁਨੀਆ ਧਰਮ ਭੁੱਲ ਗਈ, ਮਾਇਆ ਨੇ ਮੱਤ ਮਾਰੀ ਦੁਨੀਆ ਧਰਮ ਭੁੱਲ ਗਈ। ਇਹ ਤਾਂ ਪੈਸੇ ਨੇ ਮੱਤ ਮਾਰੀ ਦੁਨੀਆ ਧਰਮ ਛੱਡ ਗਈ, ਪੈਸੇ ਨੇ ਮੱਤ ਮਾਰੀ ਦੁਨੀਆ ਧਰਮ ਛੱਡ ਗਈ, ਇਹ ਪੈਸੇ ਨੇ ਮੱਤ ਮਾਰੀ ਦੁਨੀਆ ਧਰਮ ਛੱਡ ਗਈ, ਪੈਸੇ ਨੇ ਮੱਤ ਮਾਰੀ ਦੁਨੀਆ ਧਰਮ ਛੱਡ ਗਈ, ਪੈਸੇ ਨੇ ਮੱਤ ਮਾਰੀ ਦੁਨੀਆ ਧਰਮ ਛੱਡ ਗਈ, ਪੈਸੇ ਨੇ ਮੱਤ ਮਾਰੀ ਦੁਨੀਆ ਧਰਮ ਛੱਡ ਗਈ। ਉਹ ਮਾਇਆ ਨੇ ਮੱਤ ਮਾਰੀ, ਮਾਇਆ ਨੇ ਮੱਤ ਮਾਰੀ, ਮਾਇਆ ਨੇ ਮੱਤ ਮਾਰੀ, ਮਾਇਆ ਨੇ ਮੱਤ ਮਾਰੀ, ਓ ਮਾਇਆ ਨੇ ਮੱਤ ਮਾਰੀ, ਮਾਇਆ ਨੇ ਮੱਤ ਮਾਰੀ, ਓ ਮਾਇਆ ਨੇ ਮੱਤ ਮਾਰੀ, 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 ਮਾਇਆ ਨੇ ਮੱਤ ਮਾਰੀ। ਇਹ ਤਾਂ ਮਾਇਆ ਨੇ ਮੱਤ ਮਾਰੀ ਦੁਨੀਆ ਧਰਮ ਛੱਡ ਗਈ, ਮਾਇਆ ਨੇ ਮੱਤ ਮਾਰੀ ਦੁਨੀਆ ਧਰਮ ਛੱਡ ਗਈ, ਇਹ ਮਾਇਆ ਨੇ ਮੱਤ ਮਾਰੀ ਦੁਨੀਆ ਧਰਮ ਭੁੱਲ ਗਈ, ਮਾਇਆ ਨੇ ਮੱਤ ਮਾਰੀ ਦੁਨੀਆ ਧਰਮ ਭੁੱਲ ਗਈ, ਮਾਇਆ ਨੇ ਮੱਤ ਮਾਰੀ ਦੁਨੀਆ ਧਰਮ ਭੁੱਲ ਗਈ, ਮਾਇਆ ਨੇ ਮੱਤ ਮਾਰੀ ਦੁਨੀਆ ਧਰਮ ਭੁੱਲ ਗਈ। ਮਹਾਰਾਜ ਕਹਿੰਦੇ ਭਾਈ ਬਾਜ ਗੁਰੂ ਡੁੱਬਾ ਸੰਸਾਰ, ਐਡੀ ਮੱਤ ਪੈਸੇ ਨੇ ਮਾਰੀ। ਇਹ ਜ਼ਮੀਨਾਂ ਵੇਚਦੇ ਸੀ, ਜਾਇਦਾਦਾਂ ਵੇਚਦੇ ਸੀ, ਸੋਨਾ ਵੇਚਦੇ ਸੀ, ਚਾਂਦੀ ਵੇਚਦੇ ਸੀ। ਉਹ ਇਹਨਾਂ ਦੇ ਦਿਮਾਗ ਤੇ ਠੀਕਰਾ ਮੁੱਦਾ ਵੱਜ ਗਿਆ, ਇਹਨਾਂ ਨੇ ਗੁਰੂ ਵੀ ਵੇਚ ਦਿੱਤਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਹੜੇ ਗੁਰੂ ਕੋਲੇ ਭੁੱਲਾਂ ਬਖਸ਼ਾਉਣੀਆਂ ਸੀ, ਇਹ ਕਿਹੜੇ ਗੁਰੂ ਨੂੰ ਮੂੰਹ ਦਿਖਾਉਣਗੇ? ਗੁਰੂ ਤਾਂ ਵੇਚੀ ਬੈਠੇ ਨੇ, ਇਹ ਗੁਰੂ ਨੂੰ ਤਾਂ ਵੇਚ ਦਿੱਤਾ ਇਹਨਾਂ ਨੇ, ਗੁਰੂ ਤਾਂ ਖਿਡੌਣਾ ਬਣਾ ਲਿਆ ਇਹਨਾਂ ਨੇ। ਇਹ ਤਾਂ ਮਾਥੇ ਤਿਲਕ ਹੱਥ ਮਾਲਾ ਬੰਨ੍ਹਣਾ ਲੋਗਨ ਰਾਮ ਖਿਲਾਉਣਾ ਜਾਣਾ, ਇਹ ਤਾਂ ਖਿਡੌਣਾ ਬਣਾ ਲਿਆ ਗੁਰੂ ਨੂੰ। ਤੁਹਾਨੂੰ ਵੀ ਨਹੀਂ ਬਖਸ਼ਿਆ ਤੇ ਬਖਸ਼ਿਆ ਸਾਨੂੰ ਵੀ ਨਹੀਂ ਭਾਈ, ਜਿਹੜੇ ਅਸੀਂ ਝੂਠੇ ਆਨੰਦ ਕਾਰਜ ਕਰਦੇ ਆ। ਲਾਵਾਂ ਪੜਨ ਵਾਲਿਆ ਹੱਥ ਤੇਰੇ ਵੀ ਵੱਡੇ ਜਾਣਗੇ। ਤੇ ਤੂੰ ਪੁੱਛਿਆ ਨਹੀਂ ਪਹਿਲਾਂ ਵੀ ਵਿਆਹ ਨਕਲੀ ਹੈ ਕਿ ਅਸਲੀ? ਤੈਨੂੰ ਪਤਾ ਹੈ ਵੀ ਨਕਲੀ ਵਿਆਹ ਹੈ, ਤੂੰ ਕਹਿੰਦਾ ਮੈਨੂੰ 1100 1200 ਮਿਲਣਾ ਚਾਹੀਦਾ, ਮੈਂ ਆਨੰਦ ਕਾਰਜ ਕਰਾਂ, ਮੈਂ ਅੱਗੇ ਹੋ ਜਾ।
ਮਹਾਰਾਜ ਕਹਿੰਦੇ ਵੱਡੀ ਕੇ ਹੱਥ ਦਲਾਲ ਦਲਾਲ ਕੇ ਬਰਾਬਰ ਦੀ ਸਜ਼ਾ ਹੈ। ਇਹ ਨਾ ਸਮਝਿਓ ਵੀ ਖਨੀ ਅਸੀਂ ਤਾਂ ਬਾਬੇ ਦੇ ਕੋਲ ਰਹਿੰਦੇ ਸਾਨੂੰ ਬਾਬਾ ਬਖਸ਼ ਦੂਗਾ, ਨਹੀਂ ਬਖਸ਼ਣਾ ਬਾਬੇ ਨੇ। ਬਾਬੇ ਨੇ ਕਿਹਾ ਪਹਿਲਾਂ ਫਾਹਾ ਪਾਇਆ ਪੰਨ ਦੇ ਪਿੱਛੋਂ ਦੇ ਗਲ ਚੱਟੜਿਆ, ਲੋਕਾਂ ਦੇ ਤੇ ਬਾਅਦ ਚ ਪਊਗਾ, ਪਹਿਲਾਂ ਫਾਹਾ ਤੇਰੇ ਗਲ ਚ ਪਊਗਾ। ਜਦੋਂ ਭਾਈ ਲੰਗਾਹਾ ਹੁਣ ਮਾਇਆ ਬਹੁਤ ਹੈ, ਪੈਸਾ ਬਹੁਤ ਹੈ, ਤੇ ਨਾਲ ਖਾਣ ਪੀਣ ਵਾਲੇ ਯਾਰ ਦੋਸਤ ਤੇ ਆਪੇ ਹੀ ਆ ਜਾਂਦੇ ਨੇ। ਜਦੋਂ ਮਾਇਆ ਹੋਵੇ ਤੇ ਖਾਣ ਪੀਣ ਵਾਲਿਆਂ ਨੂੰ ਸੱਦਣਾ ਥੋੜੀ ਪੈਂਦਾ, ਉਹ ਤੇ ਆਪੇ ਹੀ ਆ ਜਾਂਦੇ ਨੇ। ਸ਼ਰਾਬਾਂ ਪੀਂਦੇ ਨੇ, ਮਾਸ ਖਾਂਦੇ ਨੇ, ਤੇ ਜੋ ਕੋਈ ਕਹਿੰਦਾ ਵੀ ਲੰਗਾਇਆ ਨਾਮ ਜਪ ਲਿਆ ਕਰ, ਬਾਣੀ ਪੜ੍ਹ ਲਿਆ ਕਰ, ਗੁਰੂ ਦਾ ਨਾਮ ਲੈ ਲਿਆ ਕਰ, ਤੇ ਮੂਹਰੇ ਜਵਾਬ ਦਿੰਦਾ ਕਹਿੰਦਾ ਨਾਮ ਜਪਣ ਦਾ ਕੀ ਲੋੜ ਹੈ, ਹਜੇ ਤੇ ਬੜਾ ਸਮਾਂ ਪਿਆ। ਮਾਣ ਕਰਦਾ ਰਿਸ਼ਤੇਦਾਰਾਂ ਤੇ ਦੋਸਤਾਂ ਤੇ ਜਿਹੜੇ ਨਾਲ ਬਹਿ ਕੇ ਪੀਂਦੇ ਖਾਂਦੇ। ਪਰ ਇੱਕ ਗੱਲ ਯਾਦ ਰੱਖਿਓ ਪਿਆਰਿਓ, ਜਦੋਂ ਮਾੜੇ ਦਿਨ ਆਉਂਦੇ ਨੇ ਨਾ, ਮਾੜੇ ਮਹਾਂਪੁਰਸ਼ ਕਹਿੰਦੇ ਹੁੰਦੇ ਸੀ, ਕਹਿੰਦੇ ਜਦੋਂ ਮਾੜੇ ਦਿਨ ਆਉਂਦੇ ਨੇ ਤੇ ਬੰਦੇ ਦਾ ਪਰਛਾਵਾਂ ਵੀ ਬੰਦੇ ਦਾ ਸਾਥ ਛੱਡ ਜਾਂਦਾ। ਮਾੜੇ ਦਿਨ ਨਾ ਕਿਸੇ ਤੇ ਹੋਣ। ਕਲਗੀਆਂ ਵਾਲੇ ਸਤਿਗੁਰਾਂ ਤੇ ਦਿਨ ਬਿਪਤਾ ਦੇ ਆਏ ਤੇ ਮਸੰਦਾਂ ਨੇ ਬੂਹੇ ਬੰਦ ਕਰ ਲਏ ਸੀ ਪਿਆਰਿਓ। ਬੂਹੇ ਜਿਹੜੇ ਰੋਜ਼ ਜਾ ਕੇ ਆਨੰਦਪੁਰ ਮੱਥੇ ਟੇਕਦੇ ਸੀ ਨਾ, ਜਦੋਂ ਮਹਾਰਾਜ ਆਏ ਉਹਨਾਂ ਦੇ ਕੋਲ ਤੇ ਬੂਹੇ ਬੰਦ ਕਰ ਲਏ ਸੀ, ਬੂਹੇ ਬੰਦ। ਅਸੀਂ ਤੇ ਜਾਣਦੇ ਹੀ ਨਹੀਂ ਤੁਹਾਨੂੰ। ਆ ਲੰਗਾਹੇ ਤੇ ਮਾੜੇ ਦਿਨ ਆ ਕੇ ਪਿਆਰਿਓ ਸਰੀਰ ਕੋੜੀ ਹੋ ਗਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬੰਦੇ ਨੂੰ ਇਹ ਮਾਣ ਹੁੰਦੇ ਨੇ, ਰਾਜ ਕਪਟੰਗ ਰੂਪ ਕਪਟੰਗ ਧਨ ਕਪਟੰਗ ਕੁਲ ਗਰਭਤ ਹੈ। ਗੁਰੂ ਸਾਹਿਬ ਕਹਿੰਦੇ ਇੱਕ ਤੇ ਮਾਣ ਹੁੰਦਾ ਜ਼ਮੀਨ ਦਾ, ਕਹਿੰਦਾ ਮੇਰੇ ਕੋਲ ਜਾਇਦਾਦ ਬਹੁਤ ਹੈ, ਮੇਰੇ ਕੋਲ ਜ਼ਮੀਨ ਬਹੁਤ। ਰਾਜ ਕਪਟੰਗ ਰੂਪ ਕਪਟੰਗ, ਇੱਕ ਮਾਣ ਹੁੰਦਾ ਵੀ ਮੇਰਾ ਰੂਪ ਬਹੁਤ ਸੋਹਣਾ ਹੈ, ਜਵਾਨੀ ਢਲਦੀ ਦਾ ਵੀ ਨਹੀਂ ਪਤਾ ਲੱਗਦਾ। ਆ ਸਾਡੇ ਮਹਾਂਪੁਰਸ਼ ਕਹਿੰਦੇ ਹੁੰਦੇ ਸੀ ਕਾਹਦਾ ਮਾਣ ਕਰਦਾ ਓਏ ਮੂਰਖਾ, ਕਦੇ ਪੜਿਆ ਕਰ, ਇੱਕ ਦਿਨ ਛੱਡ ਜਾਣਗੇ। ਇਹ ਪੜਿਆ ਕਰ ਰੋਜ਼। ਕਾਹਦਾ ਮਾਣ ਤੈਨੂੰ ਇਹ ਸਰੀਰ ਦਾ, ਜ਼ਮੀਨ ਦਾ, ਜਾਇਦਾਦ ਦਾ। ਇੱਕ ਦਿਨ ਛੱਡ ਜਾਣਗੇ ਹੁਸਨ ਜਵਾਨੀ ਮਾਪੇ, ਦਿਨ ਛੱਡ ਜਾਣਗੇ ਹੁਸਨ ਜਵਾਨੀ ਮਾਪੇ। ਇੱਕ ਦਿਨ ਛੱਡ ਜਾਣਗੇ ਹੁਸਨ ਜਵਾਨੀ ਮਾਪੇ, ਇੱਕ ਦਿਨ ਛੱਡ ਜਾਣਗੇ ਹੁਸਨ ਜਵਾਨੀ ਮਾਪੇ। ਇੱਕ ਦਿਨ ਛੱਡ ਜਾਣਗੇ ਹੁਸਨ ਜਵਾਨੀ ਮਾਪੇ, ਇੱਕ ਦਿਨ ਛੱਡ ਜਾਣਗੇ ਹੁਸਨ ਜਵਾਨੀ ਮਾਪੇ। ਇੱਕ ਦਿਨ ਛੱਡ ਜਾਣਗੇ ਹੁਸਨ ਜਵਾਨੀ ਮਾਪੇ, ਦਿਨ ਛੱਡ ਜਾਣਗੇ ਹੁਸਨ ਜਵਾਨੀ ਮਾਪੇ। ਇੱਕ ਦਿਨ ਛੱਡ ਜਾਣਗੇ ਹੁਸਨ ਜਵਾਨੀ ਮਾਪੇ, ਇੱਕ ਦਿਨ ਛੱਡ ਜਾਣਗੇ ਹੁਸਨ ਜਵਾਨੀ ਮਾਪੇ। ਇੱਕ ਦਿਨ ਛੱਡ ਜਾਣਗੇ ਹੁਸਨ ਜਵਾਨੀ ਮਾਪੇ, ਇੱਕ ਦਿਨ ਛੱਡ ਜਾਣਗੇ ਹੁਸਨ ਜਵਾਨੀ ਮਾਪੇ। ਹੁਸਨ ਜਵਾਨੀ ਮਾਪੇ, ਹੁਸਨ ਜਵਾਨੀ ਮਾਪੇ, ਹੁਸਨ ਜਵਾਨੀ ਮਾਪੇ, ਹੁਸਨ ਜਵਾਨੀ ਮਾਪੇ। ਹੁਸਨ ਜਵਾਨੀ ਮਾਪੇ, 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 ਹੁਸਨ ਜਵਾਨੀ ਮਾਪੇ। ਇੱਕ ਦਿਨ ਛੱਡ ਜਾਣਗੇ ਹੁਸਨ ਜਵਾਨੀ, ਇੱਕ ਦਿਨ ਛੱਡ ਜਾਣਗੇ ਹੁਸਨ ਜਵਾਨੀ। ਇੱਕ ਦਿਨ ਛੱਡ ਜਾਣਗੇ ਹੁਸਨ ਜਵਾਨੀ ਮਾਪੇ, ਇੱਕ ਦਿਨ ਛੱਡ ਜਾਣਗੇ ਹੁਸਨ ਜਵਾਨੀ ਮਾਪੇ। ਇੱਕ ਦਿਨ ਛੱਡ ਜਾਣਗੇ ਹੁਸਨ ਜਵਾਨੀ ਮਾਪੇ, ਇੱਕ ਦਿਨ ਛੱਡ ਜਾਣਗੇ ਹੁਸਨ ਜਵਾਨੀ ਮਾਪੇ। ਮਹਾਰਾਜ ਕਹਿੰਦੇ ਯਾਦ ਰੱਖੀ ਇੱਕ ਦਿਨ ਦੇਖ ਫਰੀਦਾ ਜੇਥੀਆ, ਦਾੜੀ ਹੋਈ ਭੂਰ
ਅੱਗਾ ਨੇੜੇ ਆਇਆ ਤੇ ਪਿੱਛਾ ਰਹਿਆ ਦੂਰ। ਨਾ ਤੇਰੇ ਕੋਲੇ ਜਵਾਨੀ ਰਹਿਣੀ, ਨਾ ਤੇਰੇ ਕੋਲੇ ਮਾਇਆ ਰਹਿਣੀ, ਤੇ ਇੱਕ ਦਿਨ ਜਿਹੜੇ ਮਾਪੇ ਨੇ ਉਹ ਵੀ ਸਿਰ ਤੋਂ ਚਲੇ ਜਾਣੇ। ਇਹ ਸਾਰਿਆਂ ਨਾਲ ਹੋਇਆ ਭਾਈ। ਭਾਈ ਲੰਗਾਹਾ ਹੁਣ ਕੋੜੀ ਹੋ ਗਿਆ ਸਰੀਰ। ਜਦੋਂ ਸਰੀਰ ਚੋਂ ਪਾਕ ਵਗਦੀ ਹੈ ਨਾ, ਇੱਕ ਗੱਲ ਯਾਦ ਰੱਖਿਓ, ਆਪਾਂ ਤਾਂ ਕਹਿੰਦੇ ਨਾ ਮੇਰੇ ਮੇਰੇ ਮੇਰੇ, ਆ ਵੀ ਮੇਰੇ ਦੋਸਤ, ਮੇਰੇ ਮਿੱਤਰ, ਮੇਰੇ ਆ ਮੇਰੇ ਦੋਸਤ ਨੇ, ਆ ਮੇਰੇ ਮਿੱਤਰ ਨੇ, ਆ ਮੇਰੇ ਘਰ ਦੇ ਨੇ। ਮਹਾਰਾਜ ਕਹਿੰਦੇ ਤੇਰੇ ਮਿੱਤਰ ਨਹੀਂ, ਤੇਰੀ ਜੇਬ ਦੇ ਵਿੱਚ ਪੈਸੇ ਦੇ ਮਿੱਤਰ। ਜਿਹੜਾ ਤੇਰੀ ਜੇਬ ਵਿੱਚ ਪੈਸਾ ਹੈ ਨਾ, ਇਹ ਰਿਸ਼ਤੇਦਾਰ ਵੀ ਪੈਸੇ ਦੇ ਨੇ। ਆ ਜਿਨ੍ਹਾਂ ਦਾ ਤੂੰ ਮਾਣ ਕਰਦਾ, ਜਿਨ੍ਹਾਂ ਦਾ ਤੂੰ ਹੰਕਾਰ ਕਰਦਾ, ਇਹ ਦੋਸਤ ਵੀ ਪੈਸੇ ਦੇ ਨੇ। ਜਿੰਨਾ ਚਿਰ ਬੋਤਲ ਲਿਆ ਕੇ ਪਿਆਉਣਾ, ਉਹਨਾਂ ਚਿਰ ਹੀ ਮਿੱਤਰ ਨੇ, ਮੁੜ ਕੇ ਕਿਸੇ ਨੇ ਨਹੀਂ ਖਾਣਾ। ਉਹੀ ਗੱਲ ਹੋਈ, ਜਿਹੜੇ ਕੋਲੇ ਬੈਂਦੇ ਸੀ ਲੰਗਾਹੇ ਦਾ ਪਤਾ ਵੀ ਨਹੀਂ ਲੈਂਦੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੌਲੀ ਹੌਲੀ ਦੋਸਤ ਛੱਡ ਗਏ, ਤੇ ਦੋਸਤਾਂ ਤੋਂ ਬਾਅਦ ਨਾਲੇ ਹੀ ਹੌਲੀ ਹੌਲੀ ਘਰ ਦੇ ਵੀ ਛੱਡ ਗਏ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਨ੍ਹਾਂ ਤੇ ਮਾਣ ਕਰਦਾ ਸੀ, ਜਿਨ੍ਹਾਂ ਦੇ ਕਰਕੇ ਨਾਮ ਨਹੀਂ ਜਪਦਾ ਸੀ, ਅੱਜ ਪਿਆਰਿਓ ਘਰ ਦੇ ਕਹਿੰਦੇ ਆਓ ਕਰੋ, ਮੰਜਾ ਚੱਕ ਕੇ ਬਾਹਰ ਡਾਇਓ, ਇਹਦੇ ਚੋਂ ਤੇ ਮੁਸ਼ਕ ਮਾਰਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹਦਾ ਮੰਜਾ ਚੱਕ ਕੇ ਬਾਹਰ ਡਾਇਓ, ਹੁੰਦਾ ਹੀ ਐਂਦਾ। ਆ ਪਿਛਲੇ ਦਿਨਾਂ ਤੋਂ ਵੀਡੀਓ ਆ ਰਹੀਆਂ, ਕਿਸੇ ਨੇ ਆਪਦੀ ਮਾਂ ਕੁੱਟਤੀ, ਕਿਸੇ ਨੇ ਆਪਦਾ ਪਿਓ ਕੁੱਟਤਾ ਜ਼ਮੀਨ ਦੀ ਖਾਤਰ। ਉਹ ਪਿਆਰਿਓ ਜਿਹੜੇ ਮਾਂ ਪਿਓ ਨੂੰ ਕੁੱਟਦੇ ਨੇ ਜ਼ਮੀਨ ਦੀ ਖਾਤਰ, ਮੈਂ ਕਹਿੰਦਾ ਕਿਸੇ ਸੰਤ ਦੇ ਗੋਡੇ ਘੁੱਟੀ ਜਾਣ, ਕਿਸੇ ਸੰਤ ਨੇ ਨਹੀਂ ਭਲਾ ਕਰਨਾ ਉਹਨਾਂ ਦਾ। ਮਾਂ ਨੂੰ ਜ਼ਮੀਨ ਦੀ ਖਾਤਰ ਕੁੱਟਦੇ ਨੇ, ਪੈਸੇ ਦੀ ਖਾਤਰ। ਪਿਓ ਨੂੰ ਧੱਕੇ ਮਾਰ ਕੇ ਘਰੋਂ ਕੱਢਤਾ ਜ਼ਮੀਨ ਦੀ ਖਾਤਰ, ਕਿਸੇ ਨੇ ਨਹੀਂ ਭਲਾ ਕਰਨਾ। ਆ ਹੁਣ ਜਿਨ੍ਹਾਂ ਤੇ ਮਾਣ ਕਰਦਾ ਸੀ ਨਾ ਲੰਗਾਹਾ, ਤੇ ਮੰਜਾ ਚੁੱਕ ਕੇ ਘਰੋਂ ਬਾਹਰ ਕੱਢਤਾ। ਕਹਿੰਦੇ ਭਾਈ ਜਿਹੜਾ ਮਰਜ਼ੀ ਰੋਟੀ ਦੇਵੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅਸੀਂ ਨਹੀਂ ਸਾਂਭ ਸਕਦੇ। ਹੁਣ ਮੰਜੇ ਤੇ ਬੈਠਾ ਤੇ ਭੁੱਬਾ ਮਾਰਦਾ, ਜਿਹੜਾ ਗੁਰੂ ਕਦੇ ਯਾਦ ਨਹੀਂ ਆਇਆ ਸੀ, ਜਿਹੜਾ ਰੱਬ ਕਦੇ ਯਾਦ ਨਹੀਂ ਆਇਆ ਸੀ, ਹੁਣ ਰੋ ਰੋ ਕੇ ਨਾ ਇਦਾਂ ਦਾੜਾ ਭਿੱਜੀ ਜਾਂਦਾ। ਉਹ ਸੱਚੇ ਪਾਤਸ਼ਾਹ, ਐ ਅਕਾਲ ਪੁਰਖ, ਮੈਂ ਤੈਨੂੰ ਭੁਲਾ ਦਿੱਤਾ, ਪਰ ਅੱਜ ਆ ਦੇਖ, ਛੱਡ ਕੇ ਜਿੰਦੇ ਨਹੀਂ ਤੇਰੇ ਸੰਗੀ ਸਾਥੀ ਨਾਲ ਵੇ। ਛੱਡ ਕੇ ਜਿੰਦੇ ਨਹੀਂ ਤੇਰੇ ਸੰਗੀ ਸਾਥੀ ਨਾਲ ਵੇ। ਉਹ ਛੱਡ ਕੇ ਜਿੰਦੇ ਨਹੀਂ ਤੇਰੇ ਸੰਗੀ ਸਾਥੀ ਨਾਲ ਦੇ। ਛੱਡ ਕੇ ਜਿੰਦੇ ਨਹੀਂ ਤੇਰੇ ਸੰਗੀ ਸਾਥੀ ਨਾਲ ਦੇ। ਛੱਡ ਕੇ ਜਿੰਦੇ ਨਹੀਂ ਤੇਰੇ ਸੰਗੀ ਸਾਥੀ ਨਾਲ ਦੇ। ਛੱਡ ਕੇ ਜਿੰਦੇ ਨਹੀਂ ਤੇਰੇ ਸੰਗੀ ਸਾਥੀ ਨਾਲ ਦੇ। ਛੱਡ ਕੇ ਜਿੰਦੇ ਨਹੀਂ ਤੇਰੇ ਸੰਗੀ ਸਾਥੀ ਨਾਲ ਦੇ। ਛੱਡ ਕੇ ਜਿੰਦੇ ਨਹੀਂ ਤੇਰੇ ਸੰਗੀ ਸਾਥੀ ਨਾਲ ਦੇ। ਉਹ ਛੱਡ ਕੇ ਜਿੰਦੇ ਨਹੀਂ ਤੇਰੇ ਸੰਗੀ ਸਾਥੀ ਨਾਲ ਦੇ। ਛੱਡ ਕੇ ਜਿੰਦੇ ਨਹੀਂ ਤੇਰੇ ਸੰਗੀ ਸਾਥੀ ਨਾਲ ਦੇ। ਛੱਡ ਕੇ ਜਿੰਦੇ ਨਹੀਂ ਤੇਰੇ ਸੰਗੀ ਸਾਥੀ ਨਾਲ ਦੇ। ਛੱਡ ਕੇ ਜਿੰਦੇ ਨਹੀਂ ਤੇਰੇ ਸੰਗੀ ਸਾਥੀ ਨਾਲ ਦੇ। ਜਿਨ੍ਹਾਂ ਲਈ ਪਾਪ ਕਮਾਉਣਾ ਤੂੰ, ਉਹਨਾਂ ਨੇ ਤੇਰੇ ਨਾਲ ਨਹੀਂ ਜਾਣਾ। ਜਿਨ੍ਹਾਂ ਲਈ ਪਾਪ ਕਮਾਉਣਾ ਤੂੰ, ਉਹਨਾਂ ਨੇ ਤੇਰੇ ਨਾਲ ਨਹੀਂ ਜਾਣਾ। ਜਿਨ੍ਹਾਂ ਲਈ ਪਾਪ ਕਮਾਉਣਾ ਤੂੰ, ਉਹਨਾਂ ਨੇ ਤੇਰੇ ਨਾਲ ਨਹੀਂ ਜਾਣਾ। ਜਿਨ੍ਹਾਂ ਲਈ ਪਾਪ ਕਮਾਉਣਾ ਉਹਨਾਂ ਨੇ ਤੇਰੇ ਨਾਲ ਨਹੀਂ ਜਾਣਾ। ਜਿਨ੍ਹਾਂ ਲਈ ਪਾਪ ਕਮਾਉਣਾ ਤੂੰ, ਉਹਨਾਂ ਨੇ ਤੇਰੇ ਨਾਲ ਨਹੀਂ ਜਾਣਾ। ਜਿਨ੍ਹਾਂ ਲਈ ਪਾਪ ਕਮਾਉਣਾ ਤੂੰ, ਉਹਨਾਂ ਨੇ ਤੇਰੇ ਨਾਲ ਨਹੀਂ ਜਾਣਾ। ਬਹੁ ਪਰਪੰਚ ਕਰ ਪਰ ਧਨ ਲਿਆਵੇ, ਸੁਤਦਾਰ ਆਪੇ ਆਣ ਲੁਟਾਵੇ। ਮਨ ਮੇਰੇ ਭੂਲੇ ਕਪਟ ਨ ਕੀਜੈ, ਅੰਤ ਨਬੇੜਾ ਤੇਰੇ ਜੀ ਪਹਿਲੀਜੈ। ਹੁਣ ਜਦੋਂ ਸਾਰੇ ਛੱਡ ਗਏ ਤੇ ਕਿਸੇ ਸਿੱਖ ਤੋਂ ਸੋਭਾ ਸੁਣੀ ਸੀ ਗੁਰੂ ਸਾਹਿਬ,
ਆ ਧਿਆਨ ਨਾਲ ਸੁਣਿਓ, ਇਤਿਹਾਸਕ ਬਚਨ ਹੈ। ਜਦ ਤੁਸੀਂ ਅੰਮ੍ਰਿਤਸਰ ਨੂੰ ਜਾਂਦੇ ਹੋ ਨਾ, ਅੰਮ੍ਰਿਤਸਰ ਤੇ ਰਸਤੇ 'ਚ ਸਥਾਨ ਆਉਂਦਾ ਤਰਨ ਤਾਰਨ ਸਾਹਿਬ, ਜਿੱਥੇ ਮੱਥਾ ਟੇਕਦੇ ਹੋ ਤੁਸੀਂ। ਤੇ ਪਿਆਰਿਓ, ਤਰਨ ਤਾਰਨ ਸਾਹਿਬ ਦਾ ਸਰੋਵਰ ਸਾਰੇ ਸਰੋਵਰਾਂ ਤੋਂ ਵੱਡਾ, 25 ਕਿੱਲਿਆਂ 'ਚ ਹੈ ਤਰਨ ਤਾਰਨ ਸਾਹਿਬ ਦਾ ਸਰੋਵਰ। ਤੇ ਕਦੇ ਉੱਥੇ ਜਾ ਕੇ ਪੁੱਛਿਆ ਕਰੋ, ਬੰਗਾ ਚੂੜੀਆਂ ਖਰੀਦ ਕੇ ਹੀ ਨਾ ਮੁੜਿਆ ਕਰੋ, ਇਤਿਹਾਸ ਪੁੱਛਿਆ ਕਰੋ ਜਿਹੜੇ ਗੁਰਦੁਆਰਾ ਸਾਹਿਬ ਜਾਂਦੇ ਹੁੰਦੇ ਹੋ। ਜਿਹੜਾ ਉਹ 25 ਕਿੱਲੇ ਸਰੋਵਰ ਨੇ ਨਾ, ਉਹ ਸਰੋਵਰ ਕਿਉਂ ਬਣਿਆ ਏਡਾ ਵੱਡਾ? ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦਾ ਸਮਾਂ ਸੀ, ਪਹਿਲਾਂ ਮਹਾਰਾਜ ਨਿਤਨੇਮ ਕਰਦੇ ਸੀ ਦਰਬਾਰ ਸਾਹਿਬ, ਤੇ ਜਦੋਂ ਨਿਤਨੇਮ ਪੂਰਾ ਹੋ ਜਾਂਦਾ ਸੀ, ਜਿਹੜੇ 25 ਕਿੱਲੇ ਨੇ ਨਾ ਤਰਨ ਤਾਰਨ ਸਾਹਿਬ, ਇੱਥੇ ਕੋੜੀਆਂ ਦੇ ਤੰਬੂ ਲਾਏ ਹੋਏ ਸੀ, ਕੋੜੀਆਂ ਦੇ। ਤੇ ਗੁਰੂ ਅਰਜਨ ਦੇਵ ਮਹਾਰਾਜ ਆਪ ਕੋੜੀਆਂ ਨੂੰ ਸਾਂਭਦੇ ਸੀ ਤੇ ਕੋੜੀਆਂ ਦੇ ਮਲਮ ਪੱਟੀ ਕਰਦੇ ਸੀ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਅੱਜ ਤਾਂ ਸਿੱਖੀ ਨੂੰ ਬਦਲ ਕੇ ਹੀ ਰੱਖਤਾ। ਅੱਜ ਸਿੱਖੀ ਕੀ ਹੈ? ਸ਼ਰਾਬਾਂ ਪੀਣੀਆਂ, ਜ਼ਮੀਨਾਂ ਬਣਾਉਣੀਆਂ, ਜਾਇਦਾਦਾਂ ਬਣਾਉਣੀਆਂ। ਅੱਜ ਜਿਹਦੇ ਕੋਲੇ ਗੁਰਦੁਆਰੇ ਦੀਆਂ ਚਾਬੀਆਂ ਆ ਜਾਣ, ਉਹ ਕਹਿੰਦਾ ਮੇਰੇ ਵਰਗਾ ਤਾਂ ਹੈ ਹੀ ਕੋਈ ਨਹੀਂ, ਬਣਾ ਲਓ ਜਿਹੜਾ ਕੁਝ ਬਣਦਾ, ਖਾ ਲਓ ਜਿਹੜਾ ਕੁਝ ਖਾਧਾ ਜਾਂਦਾ। ਆ ਕਈ ਏਦਾਂ ਹੀ ਗੁਰਮੁਖ ਲੜਦੇ ਨੇ, ਕਹਿੰਦੇ ਮੈਂ ਸੇਵਾ ਕਰਨੀ ਹੈ, ਮੈਨੂੰ ਚਾਬੀਆਂ ਦਿਓ, ਮੈਨੂੰ ਦਿਓ। ਕੋਈ ਪੁੱਛੇ ਵੀ ਚਾਬੀਆਂ ਕਾਹਤੋਂ ਚਾਹੀਦੀਆਂ ਨੇ, ਕਹਿੰਦੇ ਭਾਈ ਮਾਇਆ ਚਾਹੀਦੀ ਹੈ, ਮਾਇਆ, ਪੈਸਾ ਖਾਣ ਦਾ ਰੌਲਾ ਹੈ। ਆ ਕਿੰਨੇ ਗੁਰਦੁਆਰੇ ਨੇ ਜਿੱਥੇ ਗ੍ਰੰਥੀ ਵੀ ਨਹੀਂ ਰੱਖਿਆ ਜਾਂਦਾ ਪਿਆ, ਉੱਥੇ ਨਹੀਂ ਕੋਈ ਪ੍ਰਧਾਨ ਬਣਦਾ, ਉੱਥੇ ਨਹੀਂ ਲੜਾਈ ਹੁੰਦੀ। ਲੜਾਈ ਹੁੰਦੀ ਉੱਥੇ ਹੈ ਜਿੱਥੇ ਪੈਸਾ ਹੈ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਪਰ ਇੱਕ ਗੱਲ ਯਾਦ ਰੱਖਿਓ, ਮੇਰਾ ਤਜਰਬਾ ਹੈ, ਹੌਲੀ ਭਾਈ, ਮੇਰਾ ਤਜਰਬਾ ਹੈ, ਜਿਹਦੇ ਘਰ ਵਿੱਚ ਗੁਰੂ ਘਰ ਦਾ ਇੱਕ ਪੈਸਾ ਵੀ ਚਲਿਆ ਗਿਆ ਨਾ ਪਿਆਰਿਓ, ਇਹ ਤਜਰਬਾ ਹੈ ਮੇਰਾ ਨਿੱਜੀ, ਮੈਂ ਆਪਣੇ ਨਿੱਜੀ ਤਜਰਬੇ ਚੋਂ ਬੇਨਤੀ ਕਰਦਾ, ਜਿਹਦੇ ਘਰ ਦੇ ਵਿੱਚ ਗੁਰੂ ਘਰ ਦਾ ਇੱਕ ਪੈਸਾ ਵੀ ਚਲਿਆ ਗਿਆ ਨਜਾਇਜ਼, ਉਹਨੂੰ ਜ਼ਹਿਰ ਦੇਣ ਦੀ ਲੋੜ ਨਹੀਂ, ਉਹਨੇ ਬਿਨਾਂ ਜ਼ਹਿਰ ਤੋਂ ਹੀ ਘਰ ਨੇ ਖਤਮ ਹੋ ਜਾਣਾ। ਇਹ ਗੱਲ ਯਾਦ ਰੱਖਿਓ ਤੁਸੀਂ। ਨਜਾਇਜ਼ ਪੈਸਾ, ਹਾਂ ਕੋਈ ਗ੍ਰੰਥੀ ਸਿੰਘ ਸੇਵਾ ਕਰਦਾ, ਉਹਨੇ ਤੇ ਤਨਖਾਹ ਲੈਣੀ ਹੈ, ਕੋਈ ਗੁਰੂ ਘਰ ਦੇ ਵਿੱਚ ਡਿਊਟੀ ਕਰਦਾ, ਉਹਨੇ ਤੇ ਤਨਖਾਹ ਲੈਣੀ ਹੈ। ਨਜਾਇਜ਼ ਪੈਸਾ ਭਾਵ ਕਿ ਹੜੱਪ ਬਿਰਤੀ, ਵੀ ਖਾ ਲਓ ਖਾ ਲਓ, ਹੜੱਪ ਬਿਰਤੀ। ਜਿਹਦੇ ਘਰ 'ਚ ਪੈਸਾ ਚਲਿਆ ਗਿਆ, ਉਹਨੂੰ ਜ਼ਹਿਰ ਦੇਣ ਦੀ ਲੋੜ ਨਹੀਂ। ਹੁਣ ਦੇਖੋ ਗੁਰੂ ਸਾਹਿਬ ਦਾ ਸਿਧਾਂਤ, ਮਹਾਰਾਜ ਕੋੜੀਆਂ ਨੂੰ ਸਾਂਭਦੇ ਨੇ, ਸਤਿਗੁਰੂ ਦੁਖੀਆਂ ਨੂੰ ਸਾਂਭਦੇ। ਤੇ ਕਿਸੇ ਨੇ ਦੱਸਿਆ ਸੀ, ਕਹਿੰਦੇ ਗੁਰੂ ਅਰਜਨ ਦੇਵ ਮਹਾਰਾਜ ਇੱਥੇ ਰਹਿੰਦੇ ਨੇ, ਤੇ ਭਾਈ ਲੰਗਾਹੇ ਨੂੰ ਗੁਰੂ ਸਾਹਿਬ ਦਾ ਚੇਤਾ ਆਇਆ, ਖਿਆਲ ਆਇਆ, ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਹੈ ਉੱਥੇ ਹੀ ਸਮਾਪਤੀ ਕਰੀਏ। ਜਦੋਂ ਮਨ ਦੇ ਵਿੱਚ ਖਿਆਲ ਆਇਆ, ਕਹਿੰਦਾ ਸੱਚੇ ਪਾਤਸ਼ਾਹ ਹੁਣ ਤਾਂ ਸਾਰੇ ਛੱਡ ਕੇ ਮਾਲਕਾ, ਹੁਣ ਨਹੀਂ ਤੇਰੇ ਬਿਨਾਂ ਕਿਸੇ ਨੇ ਬਣਨਾ, ਹੁਣ ਤੇ ਕਿਰਪਾ ਕਰੋ। ਦੁਖੀਆਂ ਦਾ ਦਰਦੀ ਕੌਣ ਬਣੇ, 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 ਦੁਖੀਆਂ ਦਾ ਦਰਦੀ ਕੌਣ ਬਣੇ। ਬਿਨ ਗੁਰੂ ਨਾਨਕ ਤੇਰੇ, ਬਿਨ ਗੁਰੂ ਨਾਨਕ ਤੇਰੇ, ਦੁਨੀਆਂ ਦਾ ਦਰਦੀ ਕੌਣ ਬਣੇ, ਦੁਨੀਆਂ ਦਾ ਦਰਦੀ ਕੌਣ ਬਣੇ। ਹੋ ਬਿਨ ਗੁਰੂ ਨਾਨਕ ਤੇਰੇ, ਦੁਖੀਆਂ ਦਾ ਦਰਦੀ ਕੌਣ ਬਣੇ, ਦੁਖੀਆਂ ਦਾ ਦਰਦੀ ਕੌਣ ਬਣੇ। ਬਿਨ ਗੁਰੂ ਨਾਨਕ ਤੇਰੇ, ਦੁਖੀਆਂ ਦਾ ਦਰਦੀ ਕੌਣ ਬਣੇ, ਦੁਖੀਆਂ ਦਾ ਦਰਦੀ ਕੌਣ ਬਣੇ। ਭਾਈ ਲੰਗਾਹਾ ਅਰਦਾਸਾਂ ਕਰਦਾ, ਸੱਚੇ ਪਾਤਸ਼ਾਹ ਹੁਣ ਨਹੀਂ ਕਿਸੇ ਨੇ ਬਣਨਾ, ਹੁਣ ਤੇ ਤੁਸੀਂ ਕਿਰਪਾ ਕਰੋ।
ਆ ਸੁਣਿਓ ਸੰਗ ਤੇ ਸਮਾਪਤੀ ਦਾ ਵਚਨ ਹੈ। ਕਈ ਕਹਿ ਦਿੰਦੇ, ਕਹਿੰਦੇ ਅਰਦਾਸ 'ਚ ਕਿਹੜੀ ਸ਼ਕਤੀ ਆ? ਸੁਣਿਓ ਅਰਦਾਸ ਦੀ ਸ਼ਕਤੀ, ਇਹ ਅਰਦਾਸ ਦੀ ਸ਼ਕਤੀ ਹੈ। ਘਰੇ ਕਰਕੇ ਦੇਖ ਲਿਓ, ਪ੍ਰੈਕਟੀਕਲ ਕਰ ਲਿਓ। ਭਾਈ ਲੰਗਾਹੇ ਨੇ ਜਦੋਂ ਅਰਦਾਸ ਕੀਤੀ ਮਹਾਰਾਜ ਦੇ ਚਰਨਾਂ 'ਚ, ਸੱਚੇ ਪਾਤਸ਼ਾਹ ਰੋਗੀ ਕਾ ਪ੍ਰਭ ਖੰਡੋ ਰੋਗ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ। ਬੈਠਾ ਅਰਦਾਸਾਂ ਹੀ ਕਰੀ ਜਾਂਦਾ ਪਿਆਰਿਓ। ਜਦੋਂ ਅਰਦਾਸ ਮਹਾਰਾਜ ਦੇ ਚਰਨਾਂ 'ਚ ਪਹੁੰਚ ਗਈ ਨਾ ਤੇ ਸਰੀਰ ਦਾ ਕੋੜ ਹਟਣਾ ਸ਼ੁਰੂ ਹੋ ਗਿਆ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਫਰਕ ਪੈਣਾ ਸ਼ੁਰੂ ਹੋ ਗਿਆ। ਭਾਈ ਲੰਗਾਹਾ ਬੜਾ ਹੈਰਾਨ, ਕਹਿੰਦਾ ਦਵਾਈਆਂ ਨਾਲ ਨਹੀਂ ਫਰਕ ਪਿਆ, ਵੈਦਾਂ ਨਾਲ ਨਹੀਂ ਫਰਕ ਪਿਆ, ਤੇ ਆ ਗੁਰੂ ਦਾ ਨਾਂ ਲਿਆ ਤੇ ਫਰਕ ਪੈਣਾ ਸ਼ੁਰੂ ਹੋ ਗਿਆ। ਜਿਵੇਂ ਜਿਵੇਂ ਬਾਣੀ ਰੂਪੀ ਦਵਾਈ ਲਾਉਂਦਾ ਗਿਆ ਤੇ ਸਰੀਰ 9 ਬਰ 9 ਹੁੰਦਾ ਗਿਆ। ਜਦੋਂ ਐਨ ਸਰੀਰ ਸੋਨੇ ਵਰਗਾ ਬਣ ਗਿਆ, ਕੱਚੋ ਕਾਂਚਨ ਭਇਓ, ਸ਼ਬਦ ਗੁਰ ਸ਼ਰਵਣ ਸੁਣਿਓ। ਇੱਥੋਂ ਗੱਲ ਸ਼ੁਰੂ ਕੀਤੀ ਸੀ ਵੀ ਕੱਚ ਤੋਂ ਸੋਨਾ ਬਣ ਗਿਆ, ਤੇ ਮਹਾਰਾਜ ਕਹਿੰਦੇ ਬਿਖ ਤੇ ਅੰਮ੍ਰਿਤ ਹੋਇਓ। ਹੁਣ ਸਰੀਰ ਤਾਂ ਸੋਨਾ ਬਣ ਗਿਆ, ਤੇ ਜਿਹੜੀ ਮਨ 'ਚ ਜ਼ਹਿਰ ਭਰੀ ਹੋਈ ਸੀ ਉਹ ਵੀ ਨਿਕਲ ਗਈ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਬਿਖ ਤੇ ਅੰਮ੍ਰਿਤ ਹੋਇਓ, ਜਿਹੜੀ ਮਨ 'ਚ ਜ਼ਹਿਰ ਭਰੀ ਸੀ ਉਹ ਵੀ ਜ਼ਹਿਰ ਨਿਕਲ ਗਈ, ਤੇ ਮਨ 'ਚ ਅੰਮ੍ਰਿਤ ਭਰ ਗਿਆ। ਤੇ ਪਿਆਰੋ ਭਾਈ ਲੰਗਾਹੇ ਨੇ ਮੁਖ ਕਰ ਲਿਆ ਗੁਰੂ ਵੱਲ। ਕਹਿੰਦਾ ਸੱਚੇ ਪਾਤਸ਼ਾਹ ਹੁਣ ਤੇ ਤੇਰੇ ਚਰਨਾਂ 'ਚ ਆ ਕੇ ਜ਼ਿੰਦਗੀ ਲੇਖੇ ਲਾ ਦਾਂ। ਮਹਾਰਾਜ ਦੇ ਚਰਨਾਂ 'ਚ ਆ ਗਿਆ ਤੇ ਸਤਿਗੁਰੂ ਬੈਠੇ, ਤੇ ਭਾਈ ਲੰਗਾਹੇ ਨੇ ਮਹਾਰਾਜ ਦੇ ਚਰਨ ਫੜ ਲਏ, ਭੱਜ ਰੋ ਰੋ ਕੇ ਚਰਨ ਧੋਤੇ। ਮਹਾਰਾਜ ਕਹਿੰਦੇ ਲੰਗਾਇਆ ਰੋਣਾ ਕਿਉਂ ਹੈ? ਕਿਉਂ ਰੋਣਾ? ਕਹਿੰਦਾ ਸੱਚੇ ਪਾਤਸ਼ਾਹ ਉਹ ਆਖਰੀ ਪੰਗਤੀ ਪੜ੍ਹੀਏ ਭਾਈ। ਇਸ ਮਨ ਅੰਦਲੇ ਨੇ ਬਿਰਥਾ ਜਨਮ ਗਵਾਇਆ, 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 ਅੰਦਲੇ ਨੇ ਬਿਰਥਾ ਜਨਮ ਗਵਾਇਆ, ਇਸ ਮਨ 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 ਅੰਦਲੇ ਨੇ ਬਿਰਥਾ ਜਨਮ ਗਵਾਇਆ। ਕੀਤੀ ਨਾ ਕੋਈ ਨੇਕ ਕਮਾਈ, 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 ਵਿੱਚ ਵਿਸ਼ਿਆਂ ਦੇ ਉਮਰ ਗਵਾਈ, ਵਿੱਚ ਵਿਸ਼ਿਆਂ ਦੇ ਉਮਰ ਗਵਾਈ, ਉਹ ਵਿੱਚ ਵਿਛਿਆਂ ਦੇ ਉਮਰ ਗਵਾਈ, ਵਿੱਚ ਵਿਛਿਆਂ ਦੇ ਉਮਰ ਗਵਾਈ, ਉਹ ਵਿੱਚ ਵਿਛਿਆਂ ਦੀ ਉਮਰ ਗਵਾਈ, ਵਿੱਚ ਵਿਛਿਆਂ ਦੀ ਉਮਰ ਗਵਾਈ। ਸਤ ਸੰਗ ਮਨੋਂ ਭੁਲਾਇਆ, ਸੱਚੇ ਪਾਤਸ਼ਾਹ ਬਿਰਥਾ ਜਨਮ ਗਵਾਇਆ। ਇਸ ਮਨ ਮਹਾਰਾਜ ਸਾਰਾ ਜਨਮ ਹੀ ਗਵਾ ਲਿਆ, ਬਸ ਪੈਸਾ ਪੈਸਾ ਕਰਦੇ ਨੇ, ਸੁੱਖ ਸੁੱਖ ਕਰਦੇ। ਮਹਾਰਾਜ ਨੇ ਕਦੇ ਨਾ ਹੀ ਨਹੀਂ ਜਪਿਆ, ਕਦੇ ਬਾਣੀ ਹੋਈ ਨਹੀਂ ਪੜ੍ਹੀ, ਕਦੇ ਭਜਨ ਹੀ ਨਹੀਂ ਕੀਤੀ। ਮਹਾਰਾਜ ਕਹਿੰਦੇ ਹੁਣ ਕੀ ਕਰਨਾ? ਕਹਿੰਦਾ ਸੱਚੇ ਪਾਤਸ਼ਾਹ ਕਿਰਪਾ ਕਰੋ, ਸਤ ਸੰਗ ਮਨੋਂ ਭੁਲਾਇਆ, ਇਸ ਮਨ ਅੰਦਲੇ ਨੇ ਸਤ ਸੰਗ ਮਨੋਂ ਭੁਲਾਇਆ, ਇਸ ਮਨ ਅੰਦਲੇ ਨੇ, ਉਹ ਸਤ ਸੰਗ ਮਨੋਂ ਭੁਲਾਇਆ, ਇਸ ਮਨ ਅੰਦਲੇ ਨੇ, ਸਤ ਸੰਗ ਮਨੋਂ ਭੁਲਾਇਆ, ਇਸ ਮਨ ਅੰਦਲੇ ਨੇ,
सत्संग मनो पलाया इस मन अंदले ने सत्संग मनो पलाया इस मन अंदले ने ਬਿਰਥਾ ਜਨਮ ਗਵਾਇਆ ਜੀ ਇਸ ਮਨ ਅੰਦਲੇ ਨੇ ਮਹਾਰਾਜ ਬਿਰਥਾ ਹੀ ਜਨਮ ਗਵਾ ਲਿਆ। ਤੇ ਫਿਰ ਗੁਰੂ ਨੇ ਪਤਾ ਕੀ ਕੀਤਾ ਸਤਿਗੁਰਾਂ ਨੇ? ਮਹਾਰਾਜ ਨੇ ਘੁੱਟ ਕੇ ਛਾਤੀ ਨਾਲ ਲਾ ਲਿਆ, ਕਹਿੰਦੇ ਲਗਾਇਆ ਓਏ ਜਿਹੜੇ ਦਰ ਤੇ ਤੂੰ ਹੁਣ ਆ ਗਿਆ ਇੱਥੇ ਪਿਛਲੀ ਕਿਤਾਬ ਨਹੀਂ ਖੋਲੀ ਜਾਂਦੀ, ਇੱਥੇ ਗਾਂਹਲੇ ਵਰਕਿਆਂ ਤੇ ਸੱਚ ਤੇ ਸੇਵਾ ਲਿਖੀ ਜਾਂਦੀ ਹੈ। ਆਖੋ ਸਤਨਾਮ श्री वाहिगुरु ਪਿਛਲੀ ਕਿਤਾਬ ਨਹੀਂ ਫਰੋਲਣੀ, ਛੱਡ ਦੇ ਕਿਤਾਬ ਪਿਛਲੀ, ਹੁਣ ਤਾਂ ਅੱਗੇ ਦੇਖ ਕੀ ਕਰਨਾ। ਆਖੋ ਸਤਨਾਮ श्री वाहिगुरु ਕਹਿੰਦਾ ਮਹਾਰਾਜ ਕਿਰਪਾ ਕਰੋ, ਆਓ ਆਖਰੀ ਪੰਕਤੀ ਪੜੋ, ਇੰਨੀ ਕੁ ਸੇਵਾ ਪ੍ਰਵਾਨ ਕਰਿਓ ਭਾਈ। ਮਹਾਂਪੁਰਸ਼ਾਂ ਨੇ ਹੁਕਮ ਕੀਤਾ, ਬਾਬਾ ਪਵਨਦੀਪ ਸਿੰਘ ਜੀ ਸਾਡੇ ਕੰਡਿਆਲ ਵਾਲੇ ਮਹਾਂਪੁਰਸ਼ ਮੁੱਖ ਸੇਵਾਦਾਰ ਨੇ, ਤੇ ਉਹਨਾਂ ਨੇ ਤੁਹਾਡਾ ਨਗਰ ਵੀ ਕਰਮਾਂ ਵਾਲਾ, ਜਿਨ੍ਹਾਂ ਨੇ ਸਾਨੂੰ ਐਦਾਂ ਦੇ ਸਤਿਪੁਰਸ਼ ਦਿੱਤੇ ਨੇ, ਕਿਉਂਕਿ ਨਗਰ ਵੀ ਕਰਮਾਂ ਵਾਲਾ। ਧੰਨ ਸੋ ਕੁੱਲ, ਉਹ ਕੁੱਲ ਵੀ ਧੰਨ ਹੈ, ਮਾਤਾ ਵੀ ਧੰਨ ਹੈ, ਪਿਤਾ ਵੀ ਧੰਨ ਹੈ। ਮਹਾਂਪੁਰਸ਼ਾਂ ਦੀ, ਵੱਡੇ ਬਖਸ਼ਿਸ਼ ਦਾਤਿਆਂ ਦੀ ਰਿਸ਼ਤੇਦਾਰੀ ਬਣੀ। ਬਾਬਾ ਜੀ ਦੇ ਸਤਿਕਾਰਯੋਗ ਭੈਣ ਜੀ, ਜਿਨ੍ਹਾਂ ਨੂੰ ਇਸ ਨਗਰ ਦੇ ਵਿੱਚ ਮਾਣ ਮਿਲਿਆ, ਔਰ ਮਹਾਂਪੁਰਸ਼ਾਂ ਦਾ ਜਨਮ ਨਗਰ ਬਾਬਾ ਪਵਨਦੀਪ ਸਿੰਘ ਜੀ ਦਾ। ਭਾਈ ਬਹੁਤ ਇਸ ਨਗਰ ਨਾਲ ਗੂੜੀਆਂ ਸਾਂਝਾਂ ਹੈ ਸਾਡੀਆਂ, ਬਹੁਤ ਗੂੜੀਆਂ ਸਾਂਝਾਂ। ਮਹਾਂਪੁਰਸ਼ ਦਾਤੇ ਕਹਿੰਦੇ ਹੁੰਦੇ ਸੀ, ਕਹਿੰਦੇ ਭਾਈ ਉਹ ਹੋਰ ਕਿਤੇ ਜਾਇਓ ਨਾ ਜਾਇਓ, ਜਦੋਂ ਉੱਥੇ ਦੀਵਾਨ ਹੋਵੇ ਜ਼ਰੂਰ ਪਹੁੰਚਣਾ, ਹਾਜ਼ਰੀ ਲਓ। ਇਹ ਤੁਹਾਡੇ ਨਗਰ ਨਾਲ ਉਹਨਾਂ ਦੀਆਂ ਸਾਂਝਾਂ ਸੀ ਮਾਲਕਾਂ ਦੀ। ਆਓ ਸਤਿਗੁਰ ਕਿਰਪਾ ਕਰਨ। ਕਹਿੰਦਾ ਸੱਚੇ ਪਾਤਸ਼ਾਹ ਕਿਰਪਾ ਕਰੋ। ਆਓ ਆਪਾਂ ਵੀ ਬੇਨਤੀ ਕਰੀਏ ਪਿਆਰ ਨਾਲ। ਗੁਰੂ ਮੇਰਾ ਲੇਖ ਲਿਖਦਾ ਕਲਮ ਮਿਹਰ ਦੀ ਫੜ ਕੇ, ਲੇਖ ਲਿਖਦਾ ਕਲਮ ਮਿਹਰ ਦੀ ਫੜ ਕੇ। गुरु मेरा लेख लिखदा कलम मेहर दी फड़ के, गुरु मेरा लेख लिखदा कलम मेहर दी फड़ के, गुरु मेरा लेख लिखदा कलम मेहर दी फड़ के, गुरु मेरा लेख लिखदा कलम मेहर दी फड़ के, ਕਲਮ ਮਿਹਰ ਦੀ ਫੜ ਕੇ, ਕਲਮ ਮਿਹਰ ਦੀ ਫੜ ਕੇ, फड़ के कलम मेहर दी फड़ के, 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 कलम मेहर दी फड़ के। ਬਾਜਾਂ ਵਾਲਾ ਲੇਖ ਲਿਖਦਾ ਕਲਮ ਮਿਹਰ ਦੀ ਫੜ ਕੇ, ਗੁਰੂ ਮੇਰਾ ਲੇਖ ਲਿਖਦਾ ਕਲਮ ਮਿਹਰ ਦੀ ਫੜ ਕੇ। ਬਾਜਾਂ ਵਾਲਾ ਲੇਖ ਲਿਖਦਾ ਕਲਮ ਮਿਹਰ ਦੀ ਫੜ ਕੇ, ਗੁਰੂ ਮੇਰਾ ਲੇਖ ਲਿਖਦਾ ਕਲਮ ਮਿਹਰ ਦੀ ਫੜ ਕੇ, ਗੁਰੂ ਮੇਰਾ ਲੇਖ ਲਿਖਦਾ ਕਲਮ ਮਿਹਰ ਦੀ ਫੜ ਕੇ, ਗੁਰੂ ਮੇਰਾ ਲੇਖ ਲਿਖਦਾ ਕਲਮ ਮਿਹਰ ਦੀ ਫੜ ਕੇ। ਆਪੇ ਪੱਟੀ ਕਲਮ ਆਪ ਉੱਪਰ ਲੇਖ ਪੇ ਤੂੰ, ਏਕੋ ਕਹੀਏ ਨਾਨਕਾ ਦੂਜਾ ਕਾਹੇ। ਆਓ ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਆਉਣ ਵਾਲਾ ਸਮਾਂ ਹੋਰ ਜਥੇ ਗੁਰਮੁਖ ਪਿਆਰੇ ਆਏ ਨੇ, ਉਹਨਾਂ ਤੋਂ ਵੀ ਆਪਾਂ ਗੁਰੂ ਘਰ ਦੀਆਂ ਵਿਚਾਰਾਂ ਸੁਣਨੀਆਂ। ਇੰਨੀ ਕੁ ਬੇਨਤੀ ਕਰਿਓ ਪ੍ਰਵਾਨ। ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।